हाँ जी, सत श्री अकाल जी सारिਆਂ ਨੂੰ। शुरू करते हैं जी टैसट के अगले प्रश्न। प्रश्न नंबर 144 जी, ਗਿਆਨੀ ਗੁਰਦਿੱਤ ਸਿੰਘ जी का जीवन काल है। ऑप्शन ए, ऑप्शन बी, ऑप्शन सी। ठीक है जी, ऑप्शनां दो ही होंदियां ने जिहदे च कन्फ्यूजन हुंदी है। ਗਿਆਨੀ ਦਿੱਤ ਸਿੰਘ जी का जीवन काल हैगा जी वो हैगा वा 1853 तो लैके 1901 तक। अगे जी प्रश्न नंबर 145, सुतंत्र काल का समा है। सुतंत्र काल का किहड़ा समा हैगा जी? ऑप्शन ए, ऑप्शन बी, ऑप्शन सी। 1849 तो लैके 1900 तक ਜਾਂ 1901 ਤੋਂ ਲੈ ਕੇ 1947 तक। ਤਾਂ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੈਗਾ ਜੀ ਉਹ ਹੈਗਾ 1901 ਤੋਂ ਲੈ ਕੇ 1947 ਤੱਕ ਸੁਤੰਤਰ ਕਾਲ ਦਾ ਸਮਾਂ ਜਿਹਨੂੰ ਆਪਾਂ ਕਹਿ ਸਕਦੇ ਹੈਗੇ। ਅੱਗੇ ਜੀ ਪ੍ਰਸ਼ਨ ਨੰਬਰ 146, ਦਰਦ ਸੁਨੇਹੇ ਦੇ ਭਾਗ ਹਨ 1, 2, 3 ਜਾਂ 4। ਹੀਰਾ ਸਿੰਘ ਦਰਦ ਜੀ ਦੀ ਰਚਨਾਵਾਂ ਮਤਲਬ ਰਚਨਾ ਹੈਗੀ ਹੈ ਦਰਦ ਸੁਨੇਹੇ। ਤਾਂ ਦਰਦ ਸੁਨੇਹੇ ਦੇ 3 ਭਾਗ ਨੇ। ਠੀਕ ਹੈ ਜੀ, ਇਹ ਧਿਆਨ 'ਚ ਰੱਖਿਓ। ਪਹਿਲਾ ਭਾਗ 1919 ਦੇ ਵਿੱਚ ਛਪਦਾ ਹੈਗਾ ਵਾ। अगला प्रश्न हैगा जी साडा 147, विधाता सिंह तीर की कविता विच भारू है देश भगती ते धार्मिक सिक्ख्या, नारी चेतनता, राजनीतिक विद्रोह जां सभ्याचार तत्त। विधाता सिंह तीर की कविता दे विच किहड़ा तत्त भारू हैगा? ठीक है जी, तो इस प्रश्न का जिहड़ा उत्तर हैगा वा वो हैगा वा देश भगती अते धार्मिक सिक्ख्या। अगे जी 148 नंबर प्रश्न, मेरे छिपे रहण की चाह ते छिप टुर जाण दी। ਇਹ ਕਾਵਿ ਸਤਾਂ ਜਿਹੜੀਆਂ ਸੰਬੰਧ ਰੱਖਦੀਆਂ ਹੈਗੀਆਂ ਨੇ ਕਿਸ ਦੇ ਨਾਲ ਸੰਬੰਧ ਰੱਖਦੀਆਂ ਹੈਗੀਆਂ ਨੇ? ਇੰਪੋਰਟੈਂਟ ਕਵਿਤਾ ਹੈਗੀ ਆ ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ ਜਾਂ ਪ੍ਰੋਫੈਸਰ ਪੂਰਨ ਸਿੰਘ। ਠੀਕ ਹੈ ਜੀ, ਤਾਂ ਇਸ ਕਵਿਤਾ ਦਾ ਨਾਮ ਜਿਹੜਾ ਹੈਗਾ ਵਾ ਉਹ ਹੈਗਾ ਵਿਨਸ਼ਫਾ ਦਾ ਫੁੱਲ। ਅਤੇ ਇਹ ਜਿਹੜਾ ਕਵਿਤਾ ਹੈਗੀਆਂ ਤੁਕਾਂ ਹੈਗੀਆਂ ਨੇ ਇਹ ਹੈਗੀਆਂ ਨੇ ਭਾਈ ਵੀਰ ਸਿੰਘ ਜੀ ਦੀਆਂ। ਹਾਂਜੀ, ਅਗਲਾ ਪ੍ਰਸ਼ਨ ਜੀ ਸਾਡਾ 149 ਨੰਬਰ, ਅਪਰਾਜਿਤਾ ਕਿਸ ਦਾ ਮਤਲਬ ਅਪਰਾਜਿਤਾ। ठीक है जी, अतरी ऋषि की पत्नी, लूणा की माँ, दुर्गा का उपनाम ਜਾਂ परी कथा की राणी। अपराजिता ਜਿਹੜਾ ਹੈਗਾ ਵਾ ਇਹ ਨਾਮ ਹੈਗਾ ਵਾ ਮਤਲਬ। ਤਾਂ ਇਹਦਾ ਪ੍ਰਸ਼ਨ ਤੁਹਾਡਾ ਸਹੀ ਹੀ ਜਾਊਗਾ ਸਾਰਿਆਂ ਦਾ। ਇਹ ਇਹਦਾ ਸਹੀ ਉੱਤਰ ਹੈਗਾ ਵਾ ਦੁਰਗਾ ਦਾ ਉਪਨਾਮ। ਅੱਗੇ ਜੀ ਪ੍ਰਸ਼ਨ ਨੰਬਰ 150, ਜੰਗਨਾਮਾ ਸ਼ਾਹ ਮੁਹੰਮਦ ਨੇ ਵਰਤਿਆ। ਸ਼ਾਹ ਮੁਹੰਮਦ ਨੂੰ ਮਤਲਬ ਜਿਹੜਾ ਵਾ ਆਧੁਨਿਕ ਪੰਜਾਬੀ ਦਾ ਜਿਹੜਾ ਪਿਤਾਮਾ ਵੀ ਕਹਿ ਸਕਦੇ ਹੈਗੇ ਜਾਂ ਆਧੁਨਿਕ ਪੰਜਾਬੀ ਦਾ ਜਿਹੜਾ ਮਤਲਬ ਕੀ ਹੈ ਕਈ ਮੰਨਦੇ ਹੈਗੇ ਨੇ ਇਤਿਹਾਸਕਾਰ ਕਿ ਆਧੁਨਿਕ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਲਿਖਣ ਵਾਲਾ ਜਿਹੜਾ ਵਾ ਉਹ ਸ਼ਾਹ ਮੁਹੰਮਦ ਹੈਗਾ। ਆਧੁਨਿਕ ਕਾਲ ਦਾ ਜਿਹੜਾ ਮਤਲਬ ਕਿ ਪਹਿਲਾ ਜਿਹੜਾ ਨਾਮ ਹੈਗਾ ਵਾ ਉਹ ਸ਼ਾਹ ਮੁਹੰਮਦ ਹੈਗਾ ਵਾ। ਭਾਵੇਂ ਭਾਈ ਵੀਰ ਸਿੰਘ ਜੀ ਹੈਗੇ ਨੇ ਪਰ ਸ਼ਾਹ ਮੁਹੰਮਦ ਨੂੰ ਵੀ ਗਿਣਿਆ ਜਾਂਦਾ ਵਾ। ਇਹਨਾਂ ਨੇ ਛੰਦ ਜਿਹੜਾ ਵਰਤਿਆ ਹੈਗਾ ਵਾ ਦੋਹਰਾ ਜਾਂ ਬੈਂਤ ਜਾਂ ਦਵਈਆ। ਤਾਂ ਇਹਨਾਂ ਨੇ ਵਰਤਿਆ ਹੈਗਾ ਜੀ ਆਪਣੇ ਸ਼ਾਹ ਮੁਹੰਮਦ ਜੰਗਨਾਮਾ ਦੇ ਵਿੱਚ ਸੀਤਾ ਰਾਮ ਕੋਹਲੀ ਜਿਹਨੂੰ ਮਤਲਬ ਵਾਰ ਸ਼ਾਹ ਮੁਹੰਮਦ ਕਹਿੰਦੇ ਹੈਗੇ ਨੇ। ਇਹਨਾਂ ਨੇ ਬੈਂਤ ਛੰਦ ਜਿਹੜਾ ਵਾ ਵਰਤਿਆ ਹੈਗਾ ਵਾ। ਪ੍ਰਸ਼ਨ ਨੰਬਰ 151, ਧਨੀ ਰਾਮ ਚਾਤਰਿਕ ਦੀ ਨਵੀਂ ਕਵਿਤਾ ਦਾ ਰੂਪ ਹੈ। ਧਨੀ ਰਾਮ ਚਾਤਰਿਕ ਨੇ ਵੈਸੇ ਜਿਹੜਾ ਕਿਸੇ ਕਾਰਿਆਂ ਤੋਂ ਮਤਲਬ ਕਿ ਆਪਣਾ ਕਾਫ ਸਫ਼ਰ ਸ਼ੁਰੂ ਕੀਤਾ ਸੀਗਾ। ਤਾਂ ਇਹਨਾਂ ਦੀ ਜਿਹੜੀ ਮਤਲਬ ਕੀ ਹੈ ਨਵੀਂ ਕਵਿਤਾ ਦਾ ਰੂਪ ਦੇਖਣ ਨੂੰ ਮਿਲਦਾ ਹੈਗਾ ਚੰਦਨਵਾੜੀ ਦੇ ਵਿੱਚ, ਸੂਫੀ ਖਾਨਾ ਦੇ ਵਿੱਚ, ਨਵਾਂ ਜਹਾਨ ਜਾਂ ਵਗਦੇ ਪਾਣੀ। ਤਾਂ ਇਸ ਦਾ ਸਹੀ ਉੱਤਰ ਜਿਹੜਾ ਹੈਗਾ ਵਾ ਚੰਦਨਵਾੜੀ ਦੇ ਵਿੱਚ। ਠੀਕ ਹੈ ਜੀ, ਇਹਨਾਂ ਦੀ ਨਵੀਂ ਕਵਿਤਾ ਦਾ ਜਿਹੜਾ ਭਾਗ ਵਾ ਜਾਂ ਰੂਪ ਹੈਗਾ ਦੇਖਣ ਨੂੰ ਮਿਲਦਾ ਵਾ। ਹਾਂਜੀ, ਸਾਡਾ ਅਗਲਾ ਪ੍ਰਸ਼ਨ ਹੈਗਾ ਜੀ, ਕਿਸ ਦੀ ਕਵਿਤਾ ਵਿੱਚ ਪ੍ਰਗੀਤਕ ਅੰਸ਼ ਦੀ ਭਰਮਾਰ ਹੈ? ਦਲੀਪ ਕੌਰ ਟਿਵਾਣਾ, ਅਜੀਤ ਕੌਰ, ਅੰਮ੍ਰਿਤਾ ਪ੍ਰੀਤਮ ਜਾਂ ਕੋਈ ਨਹੀਂ। ਕਿਸ ਦੀ ਕਵਿਤਾ ਵਿੱਚ ਪ੍ਰਗੀਤਕ ਅੰਸ਼ ਦੀ ਭਰਮਾਰ ਹੈ? ਤਾਂ ਇਸ ਦਾ ਸਹੀ ਉੱਤਰ ਹੈਗਾ ਵਾ ਅੰਮ੍ਰਿਤਾ ਪ੍ਰੀਤਮ। ਠੀਕ ਹੈ ਜੀ, ਕਿਉਂਕਿ ਕਵਿਤਾ ਦੇ ਤੌਰ 'ਤੇ ਅੰਮ੍ਰਿਤਾ ਪ੍ਰੀਤਮ ਜੀ ਹੀ ਨੇ। ਠੀਕ ਹੈ ਜੀ, ਕਈ ਵਾਰੀ ਇੱਦਾਂ ਦੇ ਪ੍ਰਸ਼ਨ ਹੁੰਦੇ ਆ, ਤੁਸੀਂ ਧਿਆਨ 'ਚ ਦੇਖ ਲਿਆ ਕਰੋ ਸਿਲੇਬਸ ਦੇ ਵਿੱਚ ਕਿਹੜੇ ਹੈਗੇ ਨੇ। ਜਿਵੇਂ ਪਿਛਲੀ ਵਾਰੀ ਪ੍ਰਸ਼ਨ ਆਇਆ ਸੀਗਾ, ਉਹਨਾਂ ਨੇ ਪੁੱਛਿਆ ਸੀਗਾ ਗੁਰਦਿਆਲ ਸਿੰਘ ਦੀ ਕਹਾਣੀ ਦਿੱਤੀ ਹੋਈ ਸੀਗੀ ਕਿ ਮੈਨੂੰ ਹੁਣ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਪ੍ਰਸ਼ਨ, ਮੋਹਨ ਸਿੰਘ ਦੀ ਕਹਾਣੀ ਸੀਗੀ ਜੀ ਮਤਲਬ ਮੈਨੂੰ ਟੈਗੋਰ ਬਣਾ ਦੇ ਮਾਂ। ਠੀਕ ਹੈ ਜੀ, ਤਾਂ ਉਹਦਾ ਆਇਆ ਸੀਗਾ ਬਦਰੂ ਘੁਮਿਆਰ ਜਿਹੜਾ ਵਾ ਕਿਸ ਕਹਾਣੀ ਨਾਲ ਸੰਬੰਧ ਰੱਖਦਾ ਹੈ? ਤਾਂ ਉਹਦੇ ਨਾਲ ਮਤਲਬ ਨਾ ਆਪਸ਼ਨਾਂ ਦੀਆਂ ਕਹਾਣੀਆਂ ਦਿੱਤੀਆਂ ਹੋਈਆਂ ਸੀਗੀਆਂ ਉਹ ਮਤਲਬ ਕਿ ਹੋਰ ਰਾਈਟਰਾਂ ਦੀਆਂ ਦਿੱਤੀਆਂ ਹੋਈਆਂ ਸੀਗੀਆਂ ਜਿਨ੍ਹਾਂ ਨੂੰ ਐਜ ਏ ਨਾਵਲਕਾਰ ਦੇ ਤੌਰ 'ਤੇ ਸਿਲੇਬਸ ਵਿੱਚ ਗਿਣਿਆ ਜਾਂਦਾ ਵਾ। ਜਦ ਕਿ ਉਹਦਾ ਸਹੀ ਉੱਤਰ ਜਿਹੜਾ ਸੀਗਾ ਮੈਨੂੰ ਟੈਗੋਰ ਬਣਾ ਦੇ ਦਾ। ਤਾਂ ਉਹ ਪਤਾ ਕਿ ਸਿਲੇਬਸ ਦੇ ਵਿੱਚ ਇਹ ਕਹਾਣੀਆਂ ਅਤੇ ਕਹਾਣੀ ਨਾਲ ਸੰਬੰਧਿਤ ਸਵਾਲ ਪੁੱਛਿਆ ਗਿਆ ਵਾ। ਤਾਂ ਉਹ ਮਤਲਬ ਕੀ ਆ ਮੈਨੂੰ ਟੈਗੋਰ ਬਣਾ ਦੇ ਦਾ ਜਿਹੜਾ ਮੁੱਖ ਪਾਤਰ ਸੀਗਾ ਬਦਰੂ ਘੁਮਿਆਰ ਸੀਗਾ। ਤਾਂ ਕਰੀਰ ਦੀ ਢਿੰਗਰੀ ਆਪਸ਼ਨ ਦਿੱਤੀ ਗਈ ਸੀ ਜਾਂ ਇੱਕ ਦੋ ਹੋਰ ਕਹਾਣੀਆਂ ਜਿਹੜੀਆਂ ਫੇਮਸ ਉਹ ਦਿੱਤੀਆਂ ਗਈਆਂ ਸੀਗੀਆਂ। ਤਾਂ ਕਈ ਵਾਰੀ ਸਿਲੇਬਸ 'ਤੇ ਨਿਗਾਹ ਮਾਰ ਲਈ ਦੀ ਆ ਵੀ ਇਹ ਸਾਨੂੰ ਐਜ ਏ ਨਾਵਲਕਾਰ ਦੇ ਤੌਰ 'ਤੇ ਲਿਆ ਗਿਆ ਵਾ ਜਾਂ ਸਾਡੀ ਮਤਲਬ ਕੀ ਆ ਕਹਾਣੀਕਾਰ ਦੇ ਤੌਰ 'ਤੇ ਲਿਆ ਗਿਆ ਵਾ। ਅੱਗੇ ਜੀ ਪ੍ਰਸ਼ਨ ਨੰਬਰ 153, ਬਾਬਾ ਬਲਵੰਤ ਨੇ ਕਵਿਤਾ ਆਰੰਭ ਕੀਤੀ। ਠੀਕ ਆ ਜੀ, ਫਾਰਸੀ ਤੋਂ, ਉਰਦੂ ਤੋਂ ਜਾਂ ਪੰਜਾਬੀ ਤੋਂ ਜਾਂ ਸੰਸਕ੍ਰਿਤ ਤੋਂ। ਤਾਂ
ਤਾਂ ਬਾਬਾ ਬਲਵੰਤ ਨੇ ਜਿਹੜੀ ਕਵਿਤਾ ਆਰੰਭ ਕੀਤੀ ਸੀ ਜੀ, ਉਹ ਆਰੰਭ ਕੀਤੀ ਸੀ ਉਰਦੂ ਤੋਂ। ਠੀਕ ਹੈ ਜੀ, ਸ਼ੇਰੇ ਹਿੰਦ ਜਿਹੜੀ ਕਿ ਜ਼ਬਤ ਕਰ ਲਈ ਗਈ ਸੀ। ਪ੍ਰਸ਼ਨ ਨੰਬਰ 154, ਸਭ ਤੋਂ ਵਧੇਰੇ ਵਿਯੋਗਾਤਮਕ ਭਾਸ਼ਾ ਹੈ। ਤਾਂ ਸਭ ਤੋਂ ਜਿਹੜੀ ਵਧੇਰੇ, ਮੈਂ ਤਾਂ ਗਿਆ ਤੀ, ਮੈਂ ਆਇਆ ਤੀ, ਤਾਂ ਸਭ ਤੋਂ ਵਧੇਰੇ ਜਿਹੜੀ ਵਿਯੋਗਾਤਮਕ ਭਾਸ਼ਾ ਹੈਗੀ ਉਹ ਹੈਗੀ ਆ ਪੁਆਧੀ ਭਾਸ਼ਾ। ਠੀਕ ਹੈ ਜੀ, ਇਹ ਇੱਥੇ ਧਿਆਨ ਦੇ ਵਿੱਚ ਰੱਖ ਲਓ। ਠੀਕ ਹੈ, ਮਾਝੀ ਸੰਯੋਗਾਤਮਕ ਹੈਗੀ ਆ, ਅਤੇ ਜਿਹੜੀ ਪੁਆਧੀ ਆ ਇਹ ਵਧੇਰੇ ਵਿਯੋਗਾਤਮਕ ਹੈਗੀ ਆ। ਰਾਜਪੁਰੇ ਦੇ ਵਿੱਚ ਮਤਲਬ ਕੀ ਹੈਗੀ ਆ, ਜਾਂ ਰੋਪੜ ਦੇ ਵਿੱਚ ਜਿਹੜੀ ਪੁਆਧੀ ਭਾਸ਼ਾ ਬੋਲੀ ਜਾਂਦੀ ਹੈ, ਧਿਆਨ ਦੇ ਵਿੱਚ ਰੱਖ ਲਿਓ। ਅੱਗੇ ਆ ਜਾਂਦਾ ਜੀ ਬੁੱਧਹੀਨ। ਬੁੱਧੀਹੀਣ ਜੀਵ ਬੇਜਾਨ ਵਸਤੂ ਉਪਦੇਸ਼ ਦੇਣ ਲਈ ਵਰਤੇ ਜਾਂਦੇ ਹਨ। ਹਾਂਜੀ, ਗੱਲ ਕਰਦੇ ਆਪਾਂ, ਭਾਵ ਬੁੱਧੀਹੀਣ ਜੀਵ ਜਾਂ ਬੇਜਾਨ ਵਸਤੂ ਜਿਹੜੀ ਹੈਗੀ ਆ ਉਪਦੇਸ਼ ਦੇਣ ਲਈ ਵਰਤੇ ਜਾਂਦੇ ਹਨ। ਦੇਵ ਕਥਾ ਦੇ ਵਿੱਚ, ਪ੍ਰੇਮ ਕਥਾ ਦੇ ਵਿੱਚ, ਜਾਂ ਪਰੀ ਕਥਾ ਦੇ ਵਿੱਚ, ਜਾਂ ਕੋਈ ਨਹੀਂ। ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਤੁਹਾਡਾ ਸਹੀ ਹੋ ਸਾਰਿਆਂ ਦਾ। ਠੀਕ ਹੈ ਜੀ, ਪਰੀ ਕਥਾ ਦੇ ਨਾਲ। ਅੱਗੇ ਜੀ ਟਿਬਲਾ ਟਿਬਲੀ ਖੇਡ ਸੰਬੰਧ ਰੱਖਦੀ ਹੈ ਬਜ਼ੁਰਗਾਂ ਦੇ ਨਾਲ, ਮੁੰਡਿਆਂ ਦੇ ਨਾਲ, ਬੱਚਿਆਂ ਦੇ ਨਾਲ, ਜਾਂ ਕੁੜੀਆਂ ਦੇ ਨਾਲ। ਟਿਬਲਾ ਟਿਬਲੀ ਖੇਡ ਦੇ ਵਿੱਚ ਮਤਲਬ ਕੀ ਆ, ਘਰਦਿਆਂ ਦੇ, ਗਲੀ ਮੁਹੱਲੇ ਦੇ ਘਰਦਿਆਂ ਦੇ ਮੈਂਬਰ ਗਿਣਤੀ ਦੇ ਮਤਲਬ ਕੀ ਹੈਗਾ ਅਭਿਆਸ ਹੁੰਦਾ। ਇਹਦੇ ਵਿੱਚ ਮਤਲਬ ਕੀ ਆ, ਮਾਨਸਿਕ ਤੌਰ 'ਤੇ ਸੋਚਣ ਵਾਲੀ ਖੇਡ ਹੁੰਦੀ ਹੈ ਟਿਬਲਾ ਟਿਬਲੀ। ਮਤਲਬ ਕੀ ਪੁੱਛਿਆ ਜਾਂਦਾ ਕਿ ਕਿਸ ਘਰ ਦੇ ਵਿੱਚ 4 ਟਿਬਲੇ 2 ਟਿਬਲੀਆਂ ਹਨ, ਜਾਂ ਮਤਲਬ ਕਿ 1 ਟਿਬਲਾ 2 ਟਿਬਲੀਆਂ ਹਨ। ਮਤਲਬ ਘਰ ਦੇ ਮੈਂਬਰਾਂ ਦੇ ਭਾਵ ਕਿੰਨੇ ਮੁੰਡੇ ਕਿੰਨੀਆਂ ਕੁੜੀਆਂ ਹਨ। ਤਾਂ ਜਿਹੜੀ ਇਹ ਖੇਡ ਹੈਗੀ ਆ ਬੱਚਿਆਂ ਦੀ ਹੈਗੀ ਆ, ਮੁੰਡਿਆਂ ਕੁੜੀਆਂ ਦੀ ਵੀ ਕਹਿ ਸਕਦੇ ਹੈਗੇ ਆ। ਮਤਲਬ ਕਹਿਣ ਦਾ ਮਤਲਬ ਕਿ ਬੱਚਿਆਂ ਦੀ ਖੇਡ, ਮੁੰਡੇ ਕੁੜੀਆਂ ਦੀ ਸਾਂਝੀ ਖੇਡ ਹੈਗੀ ਟਿਬਲਾ ਅਤੇ ਟਿਬਲੀ। ਗਿਣਤੀ ਦਾ ਅਭਿਆਸ ਵੀ ਕਰਾਉਂਦੀ ਹੈਗੀ ਆ। ਤਾਂ ਮਤਲਬ ਘਰ ਦੇ ਵਿੱਚ ਪੁੱਛਿਆ ਜਾਂਦਾ ਵਾ ਨਾ, ਮਤਲਬ ਕਿ ਫਿਰ ਨਾਮ ਲੈ ਕੇ ਮਤਲਬ ਕਿ ਕਿੰਨੇ ਟਿਬਲੇ ਹੈਗੇ ਨੇ, ਫਿਰ ਹਿੰਟ ਦੇ ਦਿੱਤਾ ਜਾਂਦਾ ਵਾ ਕਿ ਮਤਲਬ ਕੀ ਆ, ਉਹਨਾਂ ਦਾ ਘਰ ਫਲਾਣੇ ਘਰ ਦੇ ਕੋਲ ਆ, ਉੱਥੇ 2 ਟਿਬਲੇ ਨੇ, 2 ਟਿਬਲੀਆਂ ਨੇ, ਦੱਸੋ ਨਾਮ, ਹੈ ਨਾ। ਤਾਂ ਇੱਦਾਂ ਇਹ ਖੇਡ ਜਿਹੜੀ ਸੰਬੰਧ ਰੱਖਦੀ ਹੈਗੀ। ਲੰਮੀ ਰਚਨਾ ਲਈ ਵਰਤਿਆ ਜਾਂਦਾ ਹੈ। ਲੰਮੀ ਰਚਨਾ ਦੇ ਲਈ ਵਰਤਿਆ ਜਾਂਦਾ ਹੈ ਬੈਂਤ ਛੰਦ, ਚੌਪਈ ਛੰਦ, ਜਾਂ ਦੋਹਰਾ ਛੰਦ, ਜਾਂ ਦਵਈਆ ਛੰਦ। ਤਾਂ ਲੰਮੀ ਰਚਨਾ ਦੇ ਲਈ ਜਿਹੜਾ ਛੰਦ ਵਾ ਬੈਂਤ ਵਰਤਿਆ ਜਾਂਦਾ ਵਾ। ਅੱਗੇ ਜੀ ਲੰਮਾ ਗੀਤ ਹੈ। ਚੰਦਨਵਾੜੀ, ਸੂਫੀ ਖਾਨਾ ਅਤੇ ਕੇਸਰ ਕਿਆਰੀ। ਲੰਮਾ ਗੀਤ ਜਿਹੜਾ ਹੈਗਾ ਵਾ ਇਹ ਕਿਹੜੀ ਰਚਨਾ ਹੈਗੀ ਆ, ਤਾਂ ਕੇਸਰ ਕਿਆਰੀ ਜਿਹੜਾ ਹੈਗਾ ਇੱਕ ਲੰਮਾ ਗੀਤ ਹੈਗਾ ਵਾ। ਅੱਗੇ ਗੱਲ ਕਰਦੇ ਹੈਗੇ ਜੀ ਪ੍ਰਸ਼ਨ ਅਸੀਂ 159 ਦੀ। ਤਾਸ਼ਾ ਹੈ, ਭਾਸ਼ਾ ਨਹੀਂ ਤਾਸ਼ਾ ਹੈ, ਤੱਤੇ ਨੂੰ ਕੰਨਾ, ਸੱਸੇ ਨੂੰ ਕੰਨਾ। ਸੱਸੇ ਦੇ ਪੈਰ 'ਚ ਬਿੰਦੀ ਅਤੇ ਸੱਸਾ ਅਤੇ ਛੱਛਾ। ਠੀਕ ਹੈ ਜੀ, ਜਦੋਂ ਇਸ ਤੋਂ ਜ਼ਿਆਦਾ ਬਲ ਹੋਵੇ ਅਤੇ ਇਸ ਤੋਂ ਘੱਟ ਬਲ ਲੈਣਾ ਹੋਵੇ ਤਾਂ ਇਸ ਦੀ ਵਰਤੋਂ ਜਿਹੜੀ ਹੈ ਫਾਰਸੀ ਲਿਪੀ ਦੀ ਵਰਤੋਂ ਕਰ ਲਈ ਜਾਂਦੀ ਹੈਗੀ। ਠੀਕ ਹੈ ਜੀ, ਮਤਲਬ ਸੱਸੇ ਤੋਂ ਜ਼ਿਆਦਾ ਸਾਨੂੰ ਚੀਜ਼ ਚਾਹੀਦੀ ਹੈਗੀ ਹੈ ਵਜਨ, ਤਾਂ ਛੱਛੇ ਤੋਂ ਘੱਟ ਚਾਹੀਦਾ, ਤਾਂ ਪੈਰ ਦੇ ਬਿੰਦੀ ਵਿੱਚ ਜਿਹੜਾ ਸੱਸਾ ਵਾ ਉਹ ਵਰਤ ਲਿਆ ਜਾਂਦਾ ਵਾ। ਤਾਸ਼ਾ ਖੇਡ ਹੈ, ਸਾਜ਼ ਹੈ, ਜਾਂ ਵਿਸ਼ਵਾਸ ਹੈ, ਜਾਂ ਪਕਵਾਨ ਹੈ। ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਤਾਸ਼ਾ ਜਿਹੜਾ ਹੈਗਾ ਵਾ ਇੱਕ ਸਾਜ਼ ਵਾ। ਅੱਗੇ ਜੀ ਪ੍ਰਸ਼ਨ ਨੰਬਰ 160, ਗੁਲਾਮ ਮੁਰਤਜ਼ਾ ਤੋਂ ਸਿੱਖਿਆ ਪ੍ਰਾਪਤ ਕੀਤੀ। ਗੁਲਾਮ ਮੁਰਤਜ਼ਾ ਤੋਂ ਸਿੱਖਿਆ ਸੁਲਤਾਨ ਬਾਹੂ ਨੇ ਪ੍ਰਾਪਤ ਕੀਤੀ, ਜਾਂ ਬੁੱਲੇ ਸ਼ਾਹ ਨੇ, ਜਾਂ ਵਾਰਿਸ ਸ਼ਾਹ ਨੇ, ਜਾਂ ਹਾਸ਼ਮ ਨੇ ਪ੍ਰਾਪਤ ਕੀਤੀ। ਠੀਕ ਹੈ ਜੀ, ਇਹ ਦੋਨੋਂ ਸਹਿਪਾਠੀ ਸੀ ਸਾਨੂੰ ਪਤਾ। ਠੀਕ ਹੈ ਜੀ, ਲਾਹੌਰ ਦੇ ਨਾਲ ਸੰਬੰਧ ਰੱਖਦੇ ਹੈਗੇ, ਕਸੂਰ ਦੇ ਨਾਲ ਸੰਬੰਧ ਰੱਖਦੇ ਹੈਗੇ ਨੇ। ਤਾਂ ਗੁਲਾਮ ਮੁਰਤਜ਼ਾ ਤੋਂ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਸੀ ਉਹ ਕੀਤੀ ਸੀ ਵਾਰਿਸ ਸ਼ਾਹ ਨੇ। ਠੀਕ ਹੈ, ਤਾਂ ਇਹਨਾਂ ਦੀ ਲਿਖਤਾਂ ਨੂੰ ਪੜ੍ਹ ਕੇ ਮਤਲਬ ਗੁਲਾਮ ਮੁਰਤਜ਼ਾ ਨੇ ਕਿਹਾ ਸੀਗਾ ਕਿ ਤੇਰੀ ਲਿਖਤ ਦੇ ਵਿੱਚ ਦਰਦ ਅਤੇ ਸੋਝ ਦੀ ਕਮੀ ਨਹੀਂ ਹੈਗੀ। ਤਾਂ ਵਾਰਿਸ ਸ਼ਾਹ ਨੇ ਪੁੱਛਿਆ ਜੀ ਮਤਲਬ ਤਾਂ ਇਹ ਜਿਹੜਾ ਦਰਦ ਹੈਗਾ ਕਿਵੇਂ ਆਊਗਾ, ਕਿਉਂਕਿ ਵਾਰਿਸ ਸ਼ਾਹ ਫਿਲਮ ਦੇ ਵਿੱਚ ਦਿਖਾਇਆ ਹੋਇਆ ਉਹਨਾਂ ਨੇ, ਮੈਨੂੰ ਲੱਗਦਾ ਹੁੰਦਾ ਕਿ ਉਹ ਗੁਲਾਮ ਮੁਰਤਜ਼ਾ ਹੀ ਹੈ। ਪਹਿਲੀ ਪੰਜਾਬੀ ਅਫਸਰ ਦੇ ਲਈ ਚੁਣੀ ਗਈ ਸੀ। ਮਨੋਜ ਪੁੰਜ ਨੇ ਡਾਇਰੈਕਟ ਕੀਤੀ ਸੀ, ਬਹੁਤ ਵਧੀਆ ਫਿਲਮ ਸੀਗੀ। ਮਤਲਬ ਜੇ ਮੌਕਾ ਲੱਗਿਆ ਤਾਂ ਜ਼ਰੂਰ ਦੇਖਿਓ। ਠੀਕ ਆ, ਵਾਰਿਸ ਸ਼ਾਹ ਗੁਰਦਾਸ ਮਾਨ ਦੀ ਬਣਾਈ ਹੋਈ ਹੈਗੀ ਹੈ ਨਾ। ਤਾਂ ਮਤਲਬ ਉਹਨੇ ਕਿਹਾ ਸੀ ਕੋਈ ਗੱਲ ਨਹੀਂ, ਇੱਕ ਸਮਾਂ ਆਵੇਗਾ ਕਿ ਤੂੰ ਵੀ ਦੌਲਤ ਦੀ ਜਿਹੜੀ ਦਰਦ ਦੀ ਦੌਲਤ ਉਹਦੇ ਨਾਲ ਮਾਲਾ ਮਾਲ ਹੋ ਜਾਵੇਂਗਾ। ਤਾਂ ਉਹਨੇ ਹੀਰ ਜਿਹੜੀ ਆ ਮਤਲਬ ਆਪਣੀ ਹੱਡ ਬੀਤੀ ਲਿਖੀ, ਤਾਂ ਉਹ ਤਾਂ ਹੀ ਇੰਨੀ ਮਤਲਬ ਜਿਹੜੀ ਆ ਮਸ਼ਹੂਰ ਹੋ ਗਈ ਸੀ। ਠੀਕ ਹੈ ਜੀ, ਅੱਗੇ ਜੀ ਪ੍ਰਸ਼ਨ ਨੰਬਰ 161, ਨਾਟਕ ਦਾ ਕੇਂਦਰੀ ਤੱਤ ਹੈ। ਨਾਟਕ ਦਾ ਕੇਂਦਰੀ ਤੱਤ ਵਾਰਤਾਲਾਪ ਆ, ਜਾਂ ਪਾਤਰ ਉਸਾਰੀ ਆ, ਜਾਂ ਕਥਾਨਕ ਹੈਗਾ ਵਾ। ਨਾਟਕ ਦਾ ਜਿਹੜਾ ਕੇਂਦਰੀ ਤੱਤ ਹੈਗਾ ਵਾ ਉਹ ਹੈਗਾ ਵਾ ਜੀ ਕਥਾਨਕ। ਠੀਕ ਆ, ਗੋਂਦ ਪਲਾਂਟ ਜਿੱਥੋਂ ਘਟਨਾਵਾਂ ਉਪਜਦੀਆਂ ਹਨ, ਜਿੱਥੋਂ ਘਟਨਾਵਾਂ ਜਿਹੜੀਆਂ ਨੇ ਚੱਲਦੀਆਂ ਹਨ। ਠੀਕ ਹੈ ਜੀ, ਅੱਗੇ ਜੀ ਸਮੂਹਿਕ ਕਿਰਿਆ ਹੈ। ਕਥਾਨਕ, ਗੋਂਦ, ਵਾਰਤਾਲਾਪ ਕੋਈ ਨਹੀਂ। ਸਮੂਹਿਕ ਕਿਰਿਆ ਕਿਹੜੀ ਹੈਗੀ ਆ, ਕਥਾਨਕ, ਗੋਂਦ, ਵਾਰਤਾਲਾਪ, ਜਾਂ ਕੋਈ ਨਹੀਂ। ਤਾਂ ਸਮੂਹਿਕ ਕਿਰਿਆ ਜਿਹੜੀ ਹੈਗੀ ਆ ਵਾਰਤਾਲਾਪ ਹੈਗੀ ਆ। ਠੀਕ ਆ ਜੀ, ਨਾਟਕ ਦੇ ਵਿੱਚ ਗੱਲ ਕਰ ਲਈਏ ਤਾਂ ਜ਼ਿਆਦਾ ਮਹੱਤਵ ਰੱਖਦੀ ਹੈਗੀ ਹੈ। ਵੈਸੇ ਇਹ ਪ੍ਰਸ਼ਨ ਮੈਂ ਨਾਟਕ ਨੂੰ ਹੀ ਮੁੱਖ ਰੱਖ ਕੇ ਪਾਇਆ ਸੀਗਾ, ਕਿਉਂਕਿ ਸਾਂਝੀ ਵਾਰਤਾਲਾਪ ਦੇ ਨਾਲ ਹੀ ਜਿਹੜੀਆਂ ਘਟਨਾਵਾਂ ਅੱਗੇ ਜਨਮ ਲੈਂਦੀਆਂ ਨੇ, ਜਾਂ ਘਟਨਾਵਾਂ ਅੱਗੇ ਤੁਰਦੀਆਂ ਨੇ। ਅਗਲਾ ਪ੍ਰਸ਼ਨ ਜੀ ਸਾਡਾ 163, ਗੁਰਦਿਆਲ ਸਿੰਘ ਨਾਵਲਕਾਰ ਹੈ। ਪਹਿਲੀ ਪੀੜ੍ਹੀ ਦੇ, ਦੂਜੀ ਪੀੜ੍ਹੀ ਦੇ, ਤੀਜੀ ਪੀੜ੍ਹੀ ਦੇ, ਜਾਂ ਚੌਥੀ ਪੀੜ੍ਹੀ ਦੇ। ਠੀਕ ਹੈ ਜੀ, ਇਹ ਤੁਸੀਂ ਪ੍ਰਸ਼ਨ ਦਾ ਉੱਤਰ ਮੈਨੂੰ ਕਮੈਂਟ ਕਰਕੇ ਦੇ ਸਕਦੇ ਹੋ। ਠੀਕ ਹੈ ਜੀ, ਗੁਰਦਿਆਲ ਸਿੰਘ ਜੀ ਜਿਹੜੇ ਹੈਗੇ ਨੇ ਮਤਲਬ ਜਦੋਂ ਪੂੰਜੀਵਾਦੀ ਜਿਹੜੀ ਹੈ ਜਗੀਰਦਾਰੀ ਤੋਂ ਪੂੰਜੀਵਾਦੀ ਪਰਿਵਰਤਨ ਜਿਹੜਾ ਆ ਰਿਹਾ ਹੈ ਨਾ, ਮਤਲਬ ਖੇਤੀਬਾੜੀ ਦੇ ਵਿੱਚ ਕਹਿ ਲਓ ਜਾਂ ਸਮਾਜ ਦੇ ਵਿੱਚ, ਤਾਂ ਉਹਦੀਆਂ ਬਦਲਦੀਆਂ ਪ੍ਰਸਥਿਤੀਆਂ ਨੂੰ ਇਹਨਾਂ ਨੇ ਮਤਲਬ ਕਿ ਵਰਤਿਆ ਹੋਇਆ ਵਾ।
ਤਾਂ ਇਹ ਜਿਹੜੇ ਹੈਗੇ ਨੇ ਨਾਵਲਕਾਰ ਹੈਗੇ ਨੇ ਕਿੰਨਵੀਂ ਪੀੜ੍ਹੀ ਦੇ ਹੈਗੇ ਨੇ, ਤੁਸੀਂ ਇਹ ਮੈਨੂੰ ਕੀ ਆ ਕਮੈਂਟ ਕਰਕੇ ਦੱਸ ਸਕਦੇ ਹੋ। ਇਹ ਪ੍ਰਸ਼ਨ ਮੈਂ ਤੁਹਾਡੇ 'ਤੇ ਛੱਡ ਦਿੱਤਾ, ਇਮਾਨਦਾਰੀ ਨਾਲ ਤੁਸੀਂ ਕਮੈਂਟ ਕਰ ਦਿਓ, ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 164, ਐਪਟਾ ਲਹਿਰ ਦਾ ਸੰਬੰਧ ਹੈ। ਐਪਟਾ ਲਹਿਰ ਜਿਹੜੀ ਸੰਬੰਧ ਰੱਖਦੀ ਹੈ, ਬਲਰਾਜ ਸਾਹਨੀ ਉਹਨਾਂ ਨੇ ਕਾਫੀ ਯੋਗਦਾਨ ਪਾਇਆ ਇਹਨੂੰ, ਮਤਲਬ ਹੈ ਨਾ, ਤਾਂ ਇਹਨਾਂ ਨੇ ਆਪਣਾ ਨਾਟਕ ਜੀਵਨ ਸ਼ੁਰੂ ਕੀਤਾ ਇਹਨਾਂ ਚੀਜ਼ਾਂ ਤੋਂ। ਤਾਂ ਇਹ ਐਪਟਾ ਲਹਿਰ ਜਿਹੜੀ ਸੰਬੰਧ ਰੱਖਦੀ ਹੈਗੀ ਹੈ, ਇਹਦਾ ਉੱਤਰ ਕੋਈ ਕੀ ਆਊਗਾ, ਕੋਈ ਨਹੀਂ। ਨਾ ਤਾਂ ਕਵਿਤਾ ਦੇ ਨਾਲ ਜਾਂ ਨਾਵਲਾਂ ਦੇ ਨਾਲ, ਨਾ ਸਫ਼ਰਨਾਮੇ ਦੇ ਨਾਲ, ਠੀਕ ਹੈ ਜੀ। ਸਫ਼ਰਨਾਮਾ ਮਨੁੱਖ ਦੀ ਘੁਮੱਕੜ ਰੁਚੀ ਦੀ ਪੈਦਾਵਾਰ ਹੈ, ਠੀਕ ਹੈ ਜੀ। ਸਵੈ ਜੀਵਨੀ ਦੇ ਵਾਂਗੂ ਇਹ ਵੀ ਮਤਲਬ ਕਿ ਉੱਤਮ ਪੁਰਖ ਦੇ ਵਿੱਚ ਹੀ ਲਿਖਿਆ ਜਾਂਦਾ ਹੈ, ਪਰ ਉੱਤਮ ਪੁਰਖ ਜ਼ਿਆਦਾ ਨਹੀਂ ਗਾ ਲਿਖਿਆ ਜਾਂਦਾ ਹੈਗਾ, ਕਿਉਂਕਿ ਉੱਥੋਂ ਦਾ ਧਰਾਤਲ, ਉੱਥੋਂ ਦੀਆਂ ਵਾਦੀਆਂ ਜਾਂ ਉੱਥੋਂ ਦੀ ਮਤਲਬ ਕੀ ਆ ਰਸਮ ਰਿਵਾਜ ਜਾਂ ਉੱਥੋਂ ਦਾ ਜੀਵਨ ਜਿਹੜਾ ਚਿਤਰਿਆ ਜਾਂਦਾ ਵਾ, ਪਰ ਆਪਣੇ ਆਪ ਨੂੰ ਮਤਲਬ ਸਫ਼ਰਨਾਮੇ ਵਿੱਚ ਗੌਣ ਰੱਖਿਆ ਜਾਂਦਾ ਵਾ। ਨਹੀਂ ਤਾਂ ਸਫ਼ਰਨਾਮਾ ਕੀ ਆ ਅਕਾਊ ਬਣ ਜਾਵੇਗਾ ਜਾਂ ਸਫ਼ਰਨਾਮਾ ਨਹੀਂ ਰਹੇਗਾ। ਹਾਂਜੀ, ਅੱਗੇ ਗੱਲ ਕਰਦੇ ਹਾਂ ਜੀ ਪ੍ਰਸ਼ਨ ਦੀ ਅਸੀਂ। ਪ੍ਰਸ਼ਨ ਨੰਬਰ 165 ਨੰਬਰ, ਰੂਸੋ, ਮਾਰਕਸ, ਲੈਲਿਨ, ਸ਼ਿਵ ਪਾਰਬਤੀ ਕਿਸ ਕਵੀ ਦੀ ਕਵਿਤਾ ਦਾ ਅੰਗ ਰਹੇ ਹਨ? ਬੜਾ ਵਧੀਆ ਕੁਐਸਚਨ ਹੈਗਾ ਵਾ। ਧਨੀ ਰਾਮ ਚਾਤਰਿਕ, ਪ੍ਰੋਫੈਸਰ ਪੂਰਨ ਸਿੰਘ, ਬਾਬਾ ਬਲਵੰਤ ਜਾਂ ਕੋਈ ਨਹੀਂ। ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਬਾਬਾ ਬਲਵੰਤ, ਠੀਕ ਆ ਜੀ। ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਮਤਲਬ ਕੀ ਆ ਰੂਸੋ ਅਤੇ ਮਾਰਕਸ ਅਤੇ ਲੈਲਿਨ ਇਹਨੂੰ ਵੀ ਆਪਣੀ ਮਤਲਬ ਕੀ ਰਚਨਾ ਦਾ ਮਤਲਬ ਕੀ ਆ ਵਿਸ਼ਾ ਵਸਤੂ ਦੇ ਤੌਰ 'ਤੇ ਲੈ ਲਿਆ, ਠੀਕ ਹੈ ਜੀ। ਇਤਿਹਾਸ ਬਾਰੇ ਕਾਫੀ ਡੂੰਘੀ ਜਾਣਕਾਰੀ ਰੱਖਦੇ ਸੀਗੇ। ਪੰਜਾਬੀ ਗਜ਼ਲ ਦੇ ਵਿੱਚ ਰੂਪਕ ਪੱਖੋਂ ਕਾਫੀ ਜ਼ਿਆਦਾ ਪਕਿਆਈ ਲੈ ਕੇ ਆਂਦੀ ਇਹਨਾਂ ਨੇ ਅਤੇ ਜਗਤਾਰ ਜੀ ਨੇ। ਅਤੇ ਅਗਲਾ ਪ੍ਰਸ਼ਨ ਹੈਗਾ ਜੀ ਸਾਡਾ, ਆਦਿ ਜੁਗਾਦ ਸਰਬ ਕਲਾ ਕਾਵਿ ਸੰਗ੍ਰਹਿ ਸਫੀਰ ਦੀ ਕਿਸ ਪ੍ਰਵਿਰਤੀ ਦੀ ਪ੍ਰਤੀਨਿਧਤਾ ਕਰਦੇ ਹਨ? ਜਿਨ੍ਹਾਂ ਨੇ ਲਗਾਤਾਰ ਵੀਡੀਓ ਦੇਖੀਆਂ ਹੋਈਆਂ ਨੇ ਉਹਨਾਂ ਨੂੰ ਮਤਲਬ ਕੀ ਆ ਕਾਫੀ ਕੁਛ ਪਤਾ ਲੱਗ ਜਾਂਦਾ ਜੀ, ਮਤਲਬ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਪ੍ਰਸ਼ਨ ਦਾ ਉੱਤਰ ਕੀ ਹੋਵੇਗਾ। ਤਾਂ ਇਹ ਜਿਹੜਾ ਉੱਪਰ ਹੈਗਾ ਵਾ ਇਹਦਾ ਚਲੋ ਪ੍ਰਗਤੀਵਾਦੀ ਹੈਗਾ, ਸੱਭਿਆਚਾਰਕ ਹੈਗਾ, ਅਧਿਆਤਮਿਕ ਹੈਗਾ ਜਾਂ ਕੋਈ ਨਹੀਂ। ਤਾਂ ਸਰਬ ਕਲਾ ਦੇਖੋ ਨਾਮ ਤੋਂ ਹੀ ਪਤਾ ਲੱਗ ਜਾਂਦਾ, ਆਦਿ ਜੁਗਾਦ ਸਰਬ ਕਲਾ ਸਮੁੱਚਾ ਹੈਗਾ, ਠੀਕ ਹੈ ਜੀ। ਅਤੇ ਇਹ ਅਧਿਆਤਮਿਕ ਪ੍ਰਵਿਰਤੀ ਦੇ ਨਾਲ ਸੰਬੰਧ ਰੱਖਦਾ ਹੈਗਾ, ਠੀਕ ਹੈ ਜੀ। ਪ੍ਰੀਤਮ ਸਿੰਘ ਸਫੀਰ ਜੀ ਜੱਜ ਰਹੇ ਨੇ, ਲਾਹੌਰ 'ਚ ਵਕਾਲਤ ਕਰਦੇ ਰਹੇ ਨੇ, ਵੰਡ ਤੋਂ ਬਾਅਦ ਦਿੱਲੀ ਆ ਕੇ ਵੱਸ ਗਏ, ਠੀਕ ਹੈ। ਅਤੇ ਇਹਨਾਂ ਦੀ ਪਹਿਲਾ ਜਿਹੜਾ ਪੜਾਅ ਸੀਗਾ ਉਹ ਪ੍ਰਗਤੀਵਾਦੀ ਸੀਗਾ, ਅਤੇ ਜਿਹੜਾ ਆਖਰੀ ਪੜਾਅ ਜਿਹੜਾ ਦੂਜਾ ਪੜਾਅ ਸੀ ਉਹ ਕੀ ਆ ਅਧਿਆਤਮਿਕ ਸੀਗਾ, ਜਿਹਨੂੰ ਅਸੀਂ ਰਹੱਸਵਾਦੀ ਪੜਾਅ ਜਿਹੜਾ ਵਾ ਮੰਨਦੇ ਹੈਗੇ ਹਾਂ। ਅੱਗੇ ਗੱਲ ਕਰਦੇ ਹੈਗੇ ਹਾਂ ਜੀ ਅਸੀਂ ਪ੍ਰਸ਼ਨ ਨੰਬਰ 167 ਦੀ, ਠੀਕ ਹੈ ਜੀ। ਪ੍ਰਯੋਗਸ਼ੀਲ ਕਵਿਤਾ ਸ਼ੁਰੂ ਹੁੰਦੀ ਹੈ 19ਵੀਂ ਸਦੀ ਦੇ ਦੂਜੇ ਦਹਾਕੇ ਵਿੱਚ, 7ਵੇਂ ਦਹਾਕੇ ਵਿੱਚ, 6ਵੇਂ ਦਹਾਕੇ ਵਿੱਚ ਜਾਂ 8ਵੇਂ ਦਹਾਕੇ ਵਿੱਚ। ਪ੍ਰਯੋਗਸ਼ੀਲ ਜਿਹੜੀ ਕਵਿਤਾ ਹੈਗੀ ਆ ਪ੍ਰਗਤੀਵਾਦੀ ਤੋਂ ਬਾਅਦ, ਠੀਕ ਹੈ ਜੀ, ਸ਼ੁਰੂ ਹੁੰਦੀ ਹੈਗੀ ਆ। ਪ੍ਰਯੋਗਸ਼ੀਲ ਮਤਲਬ ਇਹ ਦੇਖੋ ਦਾ ਸਹੀ ਉੱਤਰ ਕੀ ਹੋ ਸਕਦਾ ਵਾ, ਥੋੜ੍ਹਾ ਜਿਹਾ ਸੋਚ ਕੇ ਉੱਤਰ ਦਿਓ, ਠੀਕ ਹੈ ਜੀ। ਇਸ ਦਾ ਮੈਂ ਬੋਲਣਾ ਚਾਹੁੰਦਾ ਸੀ ਪਰ ਮੈਂ ਹੁਣ ਛੱਡਤਾ, ਬੋਲਣਾ ਨਹੀਂ ਹੈਗਾ, ਮਤਲਬ ਤੁਸੀਂ ਆਪ ਹੀ ਸੋਚ ਲਿਓ। ਤਾਂ ਕਦੋਂ ਸ਼ੁਰੂ ਹੁੰਦੀ ਹੈਗੀ ਆ? ਤਾਂ ਜਿਹੜੀ ਪ੍ਰਯੋਗਸ਼ੀਲ ਕਵਿਤਾ ਹੈਗੀ ਇਹ 20ਵੀਂ ਸਦੀ ਦੇ 7ਵੇਂ ਦਹਾਕੇ ਦੇ ਵਿੱਚ 65-66 ਦੇ ਵਿੱਚ ਜਾ ਕੇ ਜਿਹੜੀ ਆ ਸ਼ੁਰੂ ਹੁੰਦੀ ਹੈਗੀ ਹੈ। ਅੱਗੇ ਜੀ ਦੁੱਧ ਪੱਥਰੀ ਜਿਹੜੀ ਕਾਵਿ ਰਚਨਾ ਹੈਗੀ ਆ, ਕਾਵਿ ਸੰਗ੍ਰਹਿ ਹੈਗਾ, ਕਿਸ ਦਾ ਹੈਗਾ ਵਾ ਜਾਂ ਮਤਲਬ ਕਦੋਂ ਪ੍ਰਕਾਸ਼ਿਤ ਹੋਇਆ? ਦੁੱਧ ਪੱਥਰੀ ਜਿਹੜਾ ਹੈਗਾ ਜਗਤਾਰ ਸਿੰਘ ਜੀ ਦਾ ਸੰਬੰਧ ਰੱਖਦਾ ਵਾ। ਉਹਨਾਂ ਨੂੰ ਮਤਲਬ ਕੀ ਆ ਪ੍ਰਗਤੀਵਾਦੀਆਂ ਦੀ ਪਹਿਲੀ ਲਾਈਨ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਰੁੱਤਾਂ ਰੰਗਲੀਆਂ, ਤਲਖੀਆਂ ਰੰਗੀਨੀਆਂ, ਠੀਕ ਹੈ ਜੀ, 57 ਤੋਂ ਲੈ ਕੇ 60 ਅਤੇ 60 ਤੋਂ ਬਾਅਦ ਤੀਜਾ ਕਾਵਿ ਸੰਗ੍ਰਹਿ ਲਿਖਿਆ ਸੀ ਉਹਨਾਂ ਨੇ 1961 ਦੇ ਵਿੱਚ ਦੁੱਧ ਪੱਥਰੀ, ਠੀਕ ਹੈ ਜੀ। ਪ੍ਰਗਤੀਵਾਦ ਦੇ ਨਾਲ ਸੰਬੰਧ ਰੱਖਦੇ ਹੈਗੇ ਨੇ, ਅਤੇ ਇਸੇ ਦੇ ਵਿੱਚ ਹੀ ਉਹਨਾਂ ਨੇ ਆਪਣੀ ਮਤਲਬ ਕੀ ਆ ਪ੍ਰੇਮਿਕਾ ਦਾ ਵੀ ਜ਼ਿਕਰ ਕੀਤਾ ਵਾ। ਪ੍ਰਸ਼ਨ ਨੰਬਰ 159, ਠੀਕ ਹੈ ਜੀ, ਇੰਪੋਰਟੈਂਟ ਪ੍ਰਸ਼ਨ ਹੈਗਾ ਵਾ। ਇਹ ਪਸੰਦ ਆਊਗਾ ਜੀ ਤੁਹਾਨੂੰ ਇਹ ਪ੍ਰਸ਼ਨ ਜਿਹੜਾ ਹੈਗਾ ਵਾ, ਇਹ ਤੁਹਾਨੂੰ ਵਧੀਆ ਲੱਗੂਗਾ। ਸੱਭਿਆਚਾਰ ਦਾ ਸੰਬੰਧ ਕੌਮ ਜਾਂ ਜਾਤੀ ਦੇ ਵਿਰਸੇ ਨਾਲ ਹੁੰਦਾ ਹੈ। ਪੁਆਇੰਟ 1। ਪੁਆਇੰਟ 2, ਪੀਰਾਂ ਫਕੀਰਾਂ ਦੀਆਂ ਚੌਂਕੀਆਂ, ਗੁੱਗਾ ਪੂਜਾ, ਸ਼ੀਤਲਾ ਪੂਜਾ ਮਾਲਵੇ ਨਾਲ ਸੰਬੰਧ ਰੱਖਦਾ ਜਾਂ ਮਾਲਵੇ ਵਿੱਚ ਹੈ। ਪੰਜਾਬੀ ਜੀਵਨ ਦੇ ਸੱਭਿਆਚਾਰ ਦੀਆਂ ਜੜ੍ਹਾਂ ਸੰਬੰਧ ਆਰੀਆ ਜਾਤੀ ਨਾਲ ਸੰਬੰਧ ਰੱਖਦੀਆਂ ਹਨ। ਪੰਜਾਬ ਨੂੰ ਬ੍ਰਹਮ ਵਰਤ ਵੀ ਕਿਹਾ ਜਾਂਦਾ ਹੈ, ਭਾਵ ਦੇਵਤਿਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਤਾਂ ਇਹਦਾ ਜਿਹੜਾ ਉੱਤਰ ਹੈਗਾ ਤੁਸੀਂ ਮਤਲਬ ਕੀ ਆ ਇਹਨਾਂ ਨੂੰ ਭੁੱਲ ਜਾਣਾ, ਠੀਕ ਹੈ ਜੀ, ਜ਼ਿਆਦਾ ਸਮਾਂ ਨਹੀਂ ਖਰਾਬ ਕਰਨਾ ਮੈਂ। ਤਾਂ ਇਹ ਸਾਰੇ ਹੀ ਸਹੀ ਹੈਗੇ ਨੇ, ਤੁਸੀਂ ਇਹਦਾ ਸਕਰੀਨਸ਼ਾਟ ਜਿਹੜਾ ਵਾ ਲੈ ਲੈਣਾ ਵਾ। ਬ੍ਰਹਮ ਵਰਤ ਮਤਲਬ ਦੇਵਤਿਆਂ ਦਾ ਦੇਸ਼, ਠੀਕ ਹੈ ਜੀ। ਆਰੀਆ ਜਾਤੀ ਨਾਲ ਸੰਬੰਧ ਰੱਖਦੀਆਂ ਹੈਗੀਆਂ ਨੇ। ਪੰਜਾਬੀ ਸੱਭਿਆਚਾਰ ਦੀ ਜੇ ਗੱਲ ਕਰੀਏ ਤਾਂ ਉਹ ਆਰੀਆ ਜਾਤੀ ਤੋਂ ਮਤਲਬ ਕੀ ਆ ਸ਼ੁਰੂ ਹੋ ਜਾਂਦੀ ਹੈਗੀ ਆ, ਠੀਕ ਹੈ ਜੀ। ਜੇ ਤੁਸੀਂ ਪੜ੍ਹਨਾ ਹੈਗਾ ਨਾ ਮਤਲਬ ਪੰਜਾਬੀ ਸੱਭਿਆਚਾਰ ਦਾ ਪਿਛੋਕੜ, ਤਾਂ +2 ਜਰਨਲ ਪੰਜਾਬੀ ਦੀ ਕਿਤਾਬ ਲੈ ਕੇ ਪੜ੍ਹ ਸਕਦੇ ਹੋ, ਪੰਜਾਬੀ ਸੱਭਿਆਚਾਰ ਦਾ ਇਤਿਹਾਸਕ ਪਿਛੋਕੜ, ਠੀਕ ਹੈ। ਉਹਦੇ ਵਿੱਚ ਕਾਫੀ ਵਧੀਆ ਢੰਗ ਨਾਲ ਜ਼ਿਕਰ ਕੀਤਾ ਹੋਇਆ ਹੈ। ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਜਿਹੜੀ ਤੁਕ ਹੈਗੀ ਆ ਸੰਬੰਧ ਰੱਖਦੀ ਹੈਗੀ ਹੈ 17ਵੀਂ ਸਦੀ ਦੇ ਨਾਲ, 18ਵੀਂ ਸਦੀ ਦੇ ਨਾਲ, 19ਵੀਂ ਸਦੀ ਦੇ ਨਾਲ ਜਾਂ 20ਵੀਂ ਸਦੀ ਦੇ ਨਾਲ, ਠੀਕ ਹੈ ਜੀ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਮਤਲਬ ਕੀ ਹਮਲੇ ਕੀਤੇ ਵਾਰ-ਵਾਰ, ਠੀਕ ਹੈ ਜੀ, 8 ਹਮਲੇ ਕੀਤੇ। ਤਾਂ ਇਹ ਇੱਕ ਕਹਾਵਤ ਬਣ ਗਈ, ਠੀਕ ਹੈ ਜੀ, ਕਿਸ ਕਾਲ ਦੌਰਾਨ ਦੀ ਹੈਗੀ ਆ? ਤਾਂ ਤੁਸੀਂ ਇਹ ਹੁਣ ਦੇਖ ਲਓ ਵੀ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਜਿਹੜੇ ਆ ਕਦੋਂ ਕੀਤੇ ਹੈਗੇ ਆ, 19ਵੀਂ ਸਦੀ 'ਚ ਕੀਤੇ ਆ ਜਾਂ 18ਵੀਂ ਸਦੀ 'ਚ ਕੀਤੇ ਆ ਜਾਂ ਮਤਲਬ ਕਿ 17ਵੀਂ ਸਦੀ 'ਚ ਕੀਤੇ ਹੈਗੇ ਆ। ਇਹਦਾ ਉੱਤਰ ਵੀ ਜਿਹੜਾ ਵਾ ਤੁਸੀਂ ਮਤਲਬ ਕਿ ਕਮੈਂਟ ਕਰਕੇ ਹੀ ਦੇਣਾ ਹੈਗਾ ਜੀ ਮੈਨੂੰ, ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 171, ਕਿਸ ਕਵੀ ਦਾ ਵਾਰਤਕ ਕਵਿਤਾ ਨੇੜੇ ਹੁੰਦੀ ਹੈ? ਕਿਸ ਕਵੀ ਦੀ ਕਵਿਤਾ ਜਿਹੜੀ ਵਾਰਤਕ ਉਹ ਕਵਿਤਾ ਦੇ ਨੇੜੇ ਗਿਣੀ ਜਾਂਦੀ ਹੈਗੀ ਆ? ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ, ਪ੍ਰੋਫੈਸਰ ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ।
ਤਾਂ ਇਹਦਾ ਸਹੀ ਉੱਤਰ ਹੈਗਾ ਪ੍ਰੋਫੈਸਰ ਪੂਰਨ ਸਿੰਘ। ਠੀਕ ਹੈ ਜੀ। ਮੁਗਲ ਕਾਲ ਦਾ ਸਮਾਂ ਹੈ। ਠੀਕ ਹੈ ਜੀ। ਮੁਗਲ ਕਾਲ ਦਾ ਜਿਹੜਾ ਸਮਾਂ ਗਿਣਿਆ ਜਾਂਦਾ ਵਾ ਗੁਰੂ ਨਾਨਕ ਕਾਲ ਅਤੇ ਮੁਗਲ ਕਾਲ ਨਾਲੋਂ ਨਾਲ ਚੱਲਦੇ ਨੇ। ਆਪਸ਼ਨ ਏ, ਆਪਸ਼ਨ ਬੀ ਜਾਂ ਆਪਸ਼ਨ ਸੀ। ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ 1526 ਦੇ ਵਿੱਚ ਬਾਬਰ ਨੇ ਹਮਲਾ ਕੀਤਾ ਸੀ। ਠੀਕ ਹੈ ਜੀ। ਜਾਂ 1526 ਦੇ ਵਿੱਚ ਮਤਲਬ ਉਹਨੇ ਪੈਰ ਸਥਾਪਿਤ ਕੀਤੇ ਸੀ ਆਪਣੇ। ਤਾਂ ਇੱਥੋਂ ਮੁਗਲ ਕਾਲ ਦਾ ਜਿਹੜਾ ਸਮਾਂ ਵਾ ਸ਼ੁਰੂ ਹੋ ਜਾਂਦਾ। ਠੀਕ ਹੈ। 1707 ਔਰੰਗਜ਼ੇਬ ਦੀ ਮੌਤ ਹੁੰਦੀ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਮੁਗਲ ਕਾਲ ਦਾ ਜਿਹੜਾ ਸਮਾਂ ਵਾ ਨਿਸ਼ਚਿਤ ਇਹ ਹੈਗਾ। ਥੋੜ੍ਹੇ ਬਹੁਤੇ ਇੱਕ ਦੋ ਸਾਰੇ ਇੱਧਰ ਉੱਧਰ ਕਰਕੇ ਉਹ ਪੁੱਛ ਸਕਦੇ ਨੇ, ਫਿਰ ਵੀ ਤੁਸੀਂ ਕੀ ਆ ਧਿਆਨ ਰੱਖਣਾ ਹੈਗਾ। ਠੀਕ ਹੈ। ਇਹੋ ਜਿਹੇ ਪ੍ਰਸ਼ਨ ਜਿਹੜੇ ਹੁੰਦੇ ਨੇ ਉਹ ਕਈ ਵਾਰੀ ਉਲਝਾ ਬੈਠਦੇ ਹੈਗੇ ਨੇ। ਅਗਲਾ ਪ੍ਰਸ਼ਨ ਹੈਗਾ ਜੀ ਸਾਡਾ ਪ੍ਰਸ਼ਨ ਨੰਬਰ 173। ਵਰਖਾ ਰੁੱਤ ਦਾ ਵਿਹਾਰ ਹੈ। ਮਤਲਬ ਵਰਖਾ ਰੁੱਤ ਦਾ ਚਿੱਤਿਆ ਗਿਆ ਵਾ, ਇੱਥੇ ਮੈਂ ਵਿਹਾਰ ਲਿਖ ਬੈਠਾ ਵਾਂ। ਆਸਾ ਦੀ ਵਾਰ, ਮਲਾਰ ਦੀ ਵਾਰ ਜਾਂ ਮਾਝ ਦੀ ਵਾਰ। ਤਾਂ ਵਰਖਾ ਰੁੱਤ ਨਾਲ ਪਪੀਹੇ ਦਾ ਜਿਹੜਾ ਮਤਲਬ ਕਿ ਬੰਬੀਹੇ ਦਾ ਕੀਤਾ ਗਿਆ ਵਰਣਨ ਉਹ ਮਲਾਰ ਦੀ ਵਾਰ ਵਿੱਚ। ਠੀਕ ਆ ਜੀ। ਆਸਾ ਦੀ ਵਾਰ ਜਿਹੜੀ ਆ ਇਹ ਇਸ ਤੋਂ ਜ਼ਿਆਦਾ ਇਤਿਹਾਸਕ ਪੱਖ ਤੋਂ ਜਿਹੜੀ ਮਤਲਬ ਕੀ ਆ ਮਾਝ ਦੀ ਵਾਰ ਸੰਬੰਧ ਰੱਖਦੀ ਹੈਗੀ ਆ। ਭਾਸ਼ਾ ਦੇ ਆਧਾਰ 'ਤੇ ਕਹਿ ਸਕਦੇ ਹੈਗੇ ਆ ਮਲਾਰ ਦੀ ਵਾਰ ਜਿਹੜੀ ਆ ਮਹੱਤਵ ਜ਼ਿਆਦਾ ਰੱਖਦੀ ਹੈਗੀ ਹੈ। ਵੈਸੇ ਆਸਾ ਦੀ ਵਾਰ ਨੂੰ ਹੀ ਜ਼ਿਆਦਾ ਮਤਲਬ ਕਿ ਪੜ੍ਹਿਆ ਜਾਂਦਾ ਹੈਗਾ। ਗੁਰੂ ਜੀ ਦੀਆਂ ਕਾਫੀ ਤੁਕਾਂ ਜਿਹੜੀਆਂ ਹੈਗੀਆਂ ਆਸਾ ਦੀ ਵਾਰ ਦੇ ਵਿੱਚੋਂ ਹੀ ਵਾਰ ਪੁੱਛੀਆਂ ਜਾਂਦੀਆਂ ਨੇ, ਕਹਿ ਸਕਦੇ ਹੈਗੇ ਆ। ਸਮਾਜਿਕ ਜਿਹੜਾ ਜੀਵਨ ਹੈਗਾ ਜਾਂ ਮਤਲਬ ਆਲੋਚਨਾਤਮਕ ਕੀਤਾ ਗਿਆ ਨਾ ਉਸ ਸਮੇਂ ਉਹਨਾਂ ਰਾਜਿਆਂ ਦਾ ਜਾਂ ਸਮਾਜਿਕ ਦਸ਼ਾ ਦਾ, ਤਾਂ ਉਹ ਆਸਾ ਦੀ ਵਾਰ ਦੇ ਵਿੱਚ ਆਲੋਚਨਾ ਕੀਤੀ ਗਈ ਹੈ। ਪ੍ਰਸ਼ਨ ਨੰਬਰ 174 ਜੀ। ਪਾਣੀ ਦੇ ਵੱਡੇ ਵਹਿਣ ਨੂੰ ਕੀ ਕਿਹਾ ਜਾਂਦਾ ਹੈ? ਪਾਣੀ ਦੇ ਵੱਡਾ ਵਹਿਣ ਜਿਹੜਾ ਹੈਗਾ ਉਹਨੂੰ ਆਬ ਕਿਹਾ ਜਾਂਦਾ ਹੈ, ਹੋੜ ਕਿਹਾ ਜਾਂਦਾ ਹੈ ਜਾਂ ਨਦ ਕਿਹਾ ਜਾਂਦਾ ਹੈ ਜਾਂ ਕੋਈ ਨਹੀਂ। ਠੀਕ ਹੈ ਜੀ। ਮੁਸਲਮਾਨਾਂ ਦੇ ਆਉਣ 'ਤੇ ਪੰਜਾਬ ਦਾ ਨਾਮ ਜਿਹੜਾ ਪੁਰਾਣਾ ਦੇ ਵਿੱਚ ਕਹਿ ਲਓ ਜਾਂ ਪੰਚ ਨਦ ਕਿਹਾ ਜਾਂਦਾ ਸੀਗਾ। ਪੰਚ ਮਤਲਬ ਕੀ ਆ 5 ਨਦੀਆਂ, ਅਤੇ ਨਦ ਦਾ ਮਤਲਬ ਸੀਗਾ ਬੇਰੋਕ ਹੜ੍ਹ। ਠੀਕ ਹੈ ਜੀ। ਪਾਣੀ ਦਾ ਤਾਂ ਪਾਣੀ ਦੇ ਵੱਡੇ ਵਹਿਣ ਨੂੰ ਨਦ ਕਿਹਾ ਜਾਂਦਾ ਹੈ। ਉਰਦੂ ਸ਼ਬਦ ਹੈ। ਬੜਾ ਨਵਾਂ ਪ੍ਰਸ਼ਨ, ਉਰਦੂ ਸ਼ਬਦ ਹੈ। ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਹੈਗਾ ਵਾ ਅਰਬੀ ਨਹੀਂ ਹੈਗਾ ਗਾ, ਫਾਰਸੀ ਵੀ ਹੈ ਨਹੀਂ ਗਾ, ਸੰਸਕ੍ਰਿਤ ਵੀ ਹੈ ਨਹੀਂ ਗਾ। ਇਹਦਾ ਸਹੀ ਉੱਤਰ ਜਿਹੜਾ ਹੈਗਾ ਵਾ ਤੁਰਕੀ ਹੈਗਾ। ਉਰਦੂ ਜਿਹੜਾ ਸ਼ਬਦ ਹੈਗਾ ਤੁਰਕੀ ਦਾ ਸ਼ਬਦ ਹੈਗਾ ਵਾ। ਮਨ ਜੀਤੇ ਜਗਜੀਤ ਤੁਕ ਹੈ ਜਪਜੀ ਸਾਹਿਬ ਦੇ ਵਿੱਚੋਂ। ਠੀਕ ਹੈ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਇਹ ਕਿੰਨਵੀਂ ਪੌੜੀ ਵਿੱਚੋਂ ਲਈ ਗਈ ਹੈ? 27ਵੀਂ ਪੌੜੀ 'ਚੋਂ, 33ਵੀਂ ਪੌੜੀ, 23ਵੀਂ 'ਚੋਂ ਜਾਂ 34ਵੀਂ ਜਾਂ 15ਵੀਂ ਪੌੜੀ ਦੇ ਵਿੱਚੋਂ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਉਹ ਹੈਗਾ ਵਾ 27ਵੀਂ ਪੌੜੀ। ਠੀਕ ਹੈ ਜੀ। ਹਾਂਜੀ ਵਧੀਆ। ਤੁਸੀਂ ਮਤਲਬ ਕਾਫੀ ਜਾਣੇ ਪੁੱਛ ਰਹੇ ਨੇ ਜੀ ਮਤਲਬ ਨੋਟਸਾਂ ਬਾਰੇ ਹੈ ਨਾ। ਮਤਲਬ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਨਾ ਜੀ। ਮਤਲਬ ਮੇਰੇ ਪੜ੍ਹਾਉਣ ਦਾ ਤਰੀਕਾ ਕਹਿ ਲਓ ਜਾਂ ਮਤਲਬ ਮੈਨੂੰ ਤੁਹਾਨੂੰ ਪਤਾ ਲੱਗਦਾ ਕਿ ਮੇਰੀ ਮਿਹਨਤ ਕੀਤੀ ਹੋਈ ਹੈਗੀ ਹੈ ਨਾ। ਬੜੇ ਫੋਨ ਆਉਂਦੇ ਹੈਗੇ ਨੇ ਹੈ ਨਾ, ਮਤਲਬ ਭੈਣਾਂ ਦੇ ਕਹਿ ਲਓ ਜਾਂ ਵੀਰ ਵੀ ਹੈਗੇ ਨੇ, ਮਤਲਬ ਜ਼ਿਆਦਾਤਰ ਭੈਣਾਂ ਦੇ ਫੋਨ ਆਏ ਹੈਗੇ ਨੇ। ਤਾਂ ਧੰਨਵਾਦ ਕਰਦਾ ਮੈਂ। ਠੀਕ ਹੈ ਜੀ। ਉਹਨਾਂ ਦਾ ਜਿਹੜੇ ਨੋਟਸ ਹੈਗੇ ਨੇ ਜੀ, ਠੀਕ ਹੈ, ਮੈਂ ਸੰਡੇ ਨੂੰ PDF ਤਿਆਰ ਕਰੂੰਗਾ ਜੀ। ਠੀਕ ਹੈ ਜੀ। ਟਾਈਮ ਕੱਢ ਕੇ ਮਤਲਬ ਦੇਖੋ ਕੀਮਤ ਸਾਰੇ ਪੁੱਛਦੇ ਪਏ ਸੀ। ਕੀਮਤ ਦੇਖੋ ਜੀ ਮੈਂ ਹਜੇ ਡਿਸਾਈਡ ਨਹੀਂ ਕੀਤੀ, ਨਾ ਮੈਂ ਸੋਚੀ ਹੈਗੀ ਹੈ। ਜੇ ਤੁਹਾਨੂੰ ਨੋਟਸ ਬਹੁਤ ਵਧੀਆ ਲੱਗਦੇ ਹੈਗੇ ਨੇ ਤਾਂ ਫਿਰ ਮਤਲਬ ਕੀ ਆ ਕੀਮਤ ਤੁਸੀਂ ਥੋੜ੍ਹੀ ਬਹੁਤੀ ਭਾਰੀ ਦੇਵੋਗੇ। ਠੀਕ ਹੈ। ਉਮੀਦ ਹੈਗੀ ਹੈ। ਗਰੁੱਪ ਦੇ ਵਿੱਚ ਮੈਂ ਸ਼ਰੇਆਮ ਖੁੱਲ੍ਹਾ ਗੱਲ ਨਹੀਂ ਕਰਦਾ। ਠੀਕ ਹੈ ਜੀ। ਕਿਉਂਕਿ ਇੱਕੋ ਹੀ ਗੱਲ ਹੁੰਦੀ ਹੈ ਕਿ ਮਤਲਬ ਫਿਰ ਬੰਦਾ ਨਾ ਨਿੰਦਿਆ ਦਾ ਪਾਤਰ ਬਣ ਜਾਂਦਾ, ਜਾਂ ਕਹਿ ਸਕਦੇ ਹੈਗੇ ਨੇ ਬਿਨਾਂ ਜਾਣੇ ਪਛਾਣੇ ਅਗਲਾ ਕਹਿ ਸਕਦਾ ਕਿ ਯਾਰ ਇਹ ਵੀ ਹੁਣ ਲੱਗ ਗਿਆ ਹੈ ਨਾ। ਤਾਂ ਉਹ ਕਹਿੰਦੇ ਹੁੰਦੇ ਆ ਕਿ ਪ੍ਰਾਈਵੇਟ ਨੌਕਰੀ ਕਰਦੇ ਹੈਗੇ ਆ, ਕੁਛ ਤਾਂ ਕਰਨਾ ਹੀ ਪੈਣਾ ਹੈ ਨਾ। ਮਿਹਨਤ ਕਰਦਾ ਹੈਗਾ ਜੀ ਮੈਂ ਹੈ ਨਾ। ਤੁਹਾਨੂੰ ਵੀ ਪਤਾ ਹੈਗਾ ਕਿ ਨੋਟਸ ਵਧੀਆ ਹੈਗੇ ਨੇ ਜਾਂ ਮੇਰੀ ਮਿਹਨਤ ਕੀਤੀ ਹੋਈ ਹੈ। ਇਹ ਮਿਹਨਤ ਮੈਂ ਆਪਣੇ ਲਈ ਕੀਤੀ ਸੀਗੀ, ਪਰ ਮੈਂ ਸੋਚਿਆ ਕਿ ਚਲੋ ਕਿਉਂ ਨਾ ਦੂਜਿਆਂ ਤੱਕ ਵੀ ਪਹੁੰਚਾ ਦਿੱਤੀ ਜਾਵੇ ਹੈ ਨਾ। ਤਾਂ ਜੇ ਮੈਂ ਚਾਹਾਂ ਤਾਂ ਮੇਰੇ ਕੋਲ ਬਹੁਤ ਵਧੀਆ ਨੋਟਸ ਪਏ ਨੇ, ਬਹੁਤ ਜ਼ਿਆਦਾ ਮਟੀਰੀਅਲ ਪਿਆ, ਅਲੱਗ-ਅਲੱਗ ਕਿਤਾਬਾਂ ਦੇ ਵਿੱਚੋਂ ਕੱਢੇ ਹੋਏ ਕੁਐਸਚਨ ਹੈਗੇ ਨੇ। ਬਾਕੀ ਜਿਹੜੇ ਮੇਰੇ ਵੀਰ ਭੈਣ ਮੈਸੇਜ ਕਰਕੇ ਪੁੱਛ ਲੈਂਦੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਸਰ ਦੀ ਮਿਹਨਤ ਕੀਤੀ ਹੋਈ ਹੈਗੀ ਹੈ ਨਾ। ਤਾਂ ਮੈਂ ਸੰਡੇ ਨੂੰ PDF ਬਣਾਵਾਂਗਾ ਜੀ। ਤੁਸੀਂ ਮੈਨੂੰ ਕੀ ਆ ਸ਼ਾਮ ਤੱਕ ਮੈਸੇਜ ਕਰਕੇ ਮਤਲਬ ਇੱਕ ਵਾਰੀ ਮਤਲਬ ਕੀ ਆ ਪੁੱਛ ਸਕਦੇ ਹੈਗੇ ਹੋ, ਤਾਂ ਮੈਂ ਤੁਹਾਨੂੰ ਕੀ ਆ ਸੈਂਡ ਕਰ ਦੇਵਾਂਗਾ। ਠੀਕ ਹੈ ਜੀ। ਜੋ ਵੀ ਉਹਦੀ ਕੀਮਤ ਹੋਈ ਥੋੜ੍ਹੀ ਬਹੁਤੀ ਤੁਸੀਂ ਉਹ ਜ਼ਰੂਰ ਭਰ ਦਿਓ। ਠੀਕ ਹੈ ਜੀ। ਅੱਗੇ ਜੀ ਅੱਜ ਵੀ ਹੁਣ ਵੀ ਮੈਂ ਮਤਲਬ ਕਿ ਸਕੂਲ ਦੇ ਵਿੱਚ ਹੀ ਬੈਠਾ ਵਾਂ, ਬੱਚੇ ਪੇਪਰ ਦੇ ਰਹੇ ਹੈਗੇ ਨੇ, ਤਾਂ ਸਕੂਲ ਦੇ ਵਿੱਚ ਬੈਠਾ ਹੀ ਮੈਂ ਵੀਡੀਓ ਬਣਾ ਰਿਹਾ ਹੈਗਾ ਮੈਂ ਇਹ ਮਤਲਬ। ਅੱਗੇ ਜੀ ਪ੍ਰਸ਼ਨ ਨੰਬਰ 178 ਜੀ। ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ 'ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸ਼ੁਕਰਾਤ ਵਿਚਲਾ ਫਾਸਲਾ। ਠੀਕ ਹੈ ਜੀ। ਬੜੀਆਂ ਵਧੀਆ ਲਾਈਨਾਂ ਨੇ। ਕਹਿੰਦਾ ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ 'ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸ਼ੁਕਰਾਤ ਦੇ ਵਿੱਚ ਦਾ ਫਾਸਲਾ। ਤਾਂ ਪਾਸ਼ ਦੀਆਂ ਪਾਸ਼ ਦੀਆਂ ਹੈਗੀਆਂ ਸਤਰਾਂ, ਪਾਤਰ ਦੀਆਂ ਹੈਗੀਆਂ ਜਾਂ ਜਗਤਾਰ ਦੀਆਂ ਜਾਂ ਬਾਬਾ ਬਲਵੰਤ ਦੀਆਂ। ਤਾਂ ਇਹ ਸਤਰਾਂ ਜਿਹੜੀਆਂ ਹੈਗੀਆਂ ਨੇ ਇਹ ਸੁਰਜੀਤ ਸਿੰਘ ਪਾਤਰ ਜੀ ਦੀਆਂ ਹੈਗੀਆਂ ਨੇ। ਆਹ ਪ੍ਰਸ਼ਨ ਰਹਿ ਗਿਆ ਜੀ ਆਪਣਾ। ਨਿਬੰਧ ਦਾ ਜ਼ਰੂਰੀ ਤੱਤ ਹੈ। ਨਿਬੰਧ ਦਾ ਜਿਹੜਾ ਜ਼ਰੂਰੀ ਤੱਤ ਹੈਗਾ ਵਿਸਥਾਰ ਹੈਗਾ ਵਾ, ਸੰਖੇਪ ਹੈਗਾ ਵਾ, ਵਿਸਤ੍ਰਿਤ ਹੈਗਾ ਵਾ ਜਾਂ ਬਿਰਤਾਂਤ ਹੈਗਾ ਵਾ। ਤਾਂ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਹੈਗਾ ਵਾ ਸੰਖੇਪ। ਠੀਕ ਆ ਜੀ। ਕਈ ਵਾਰੀ ਨਾ ਵੀਡੀਓ ਲੰਮੀ ਹੋ ਜਾਂਦੀ, ਮੈਂ ਨਾਲ ਦੀ ਨਾਲ ਬੋਲਦਾ ਨਹੀਂ ਹੈਗਾ ਜੀ। ਚਲੋ ਮਤਲਬ ਪੜ੍ਹ ਹੀ ਇੰਨਾ ਲਏ ਹੈ ਨਾ, ਪਰਮਾਤਮਾ ਨੇ ਕਿਰਪਾ ਕੀਤੀ। ਚਲੋ ਬੰਦਾ ਪੜ੍ਹਦਾ ਤਾਂ ਇੰਨੀ ਨੌਲੇਜ ਤਾਂ ਕਹਿੰਦੇ ਹੁੰਦੇ ਆ ਧਨੰਤਰ ਵੈਦ ਤਾਂ ਕੋਈ ਵੀ ਨਹੀਂ ਹੁੰਦਾ ਹੈਗਾ ਹੈ ਨਾ। ਤਾਂ ਉਲਝਦਾ ਕੋਈ ਵੀ ਜਾਂਦਾ ਵਾ। 3704 ਦੇ ਵਿੱਚ 1 ਨੰਬਰ ਕਰਕੇ ਮੈਂ ਰਹਿ ਗਿਆ ਸੀਗਾ। ਮਤਲਬ ਹੋ ਸਕਦਾ ਕਈ ਵਾਰੀ ਬੰਦੇ ਨੂੰ ਨੌਲੇਜ ਜਿਹੜੀ ਆ ਦੇਣੀ ਨਹੀਂ ਆਉਂਦੀ ਹੁੰਦੀ ਹੈਗੀ ਤਰੀਕੇ ਨਾਲ, ਜਾਂ ਮੌਕੇ 'ਤੇ ਪੇਪਰ ਅਟੈਂਪਟ ਨਹੀਂ ਹੁੰਦਾ ਹੈਗਾ।
ਬਾਕੀ ਮੈਂ ਮਿਹਨਤ ਕਾਫੀ ਕੀਤੀ ਆ, ਪਰਮਾਤਮਾ ਸਾਰਿਆਂ ਨੂੰ ਹੀ ਨੌਕਰੀ ਦੇਵੇ, ਠੀਕ ਆ। ਮੈਂ ਵੀ ਲੈਣੀ ਹੈਗੀ ਹੈ ਨਾ। ਤਾਂ ਮੇਰੇ ਨੋਟਸਾਂ ਦੇ ਵਿੱਚ ਮਤਲਬ ਜਿਵੇਂ ਕਹਿ ਦਈਏ ਦੁੱਧ ਤੋਂ ਕਰੀਮ ਵਾਲੀ ਗੱਲ ਹੀ ਹੈਗੀ ਆ, ਠੀਕ ਆ ਜੀ। ਮੈਂ ਬਣੇ ਬਣਾਏ ਨਹੀਂ ਹੈਗੇ, ਇਹ ਨਹੀਂ ਹੈਗੇ ਕਿ ਮਤਲਬ ਇੱਕ ਕਿਤਾਬ ਤੋਂ ਚੱਕ ਕੇ ਚੇਪਤੇ ਜਾਂ ਬਣੇ ਬਣਾਏ। ਤੁਹਾਨੂੰ ਮੈਂ ਦੱਸ ਵੀ ਦਿੰਦਾ ਹੁੰਦਾ ਕਿ ਹਰ ਇੱਕ ਕੁਐਸਚਨ ਦਾ ਮੈਨੂੰ ਪਤਾ ਹੁੰਦਾ ਕਿ ਮੈਂ ਕਿਹੜਾ ਕੁਐਸਚਨ ਜਿਹੜਾ ਵਾ ਕਿੱਥੋਂ ਪਾਇਆ ਹੋਇਆ ਵਾ, ਠੀਕ ਆ ਜੀ। ਅਲੱਗ-ਅਲੱਗ ਕਿਤਾਬਾਂ ਨੇ ਹੈਗੀਆਂ ਨੇ, ਲਾਇਬ੍ਰੇਰੀਆਂ 'ਚੋਂ ਲਿਆ ਕੇ ਪੜ੍ਹੀਆਂ ਹੋਈਆਂ ਨੇ, ਠੀਕ ਹੈ। ਮਤਲਬ ਬਣੇ ਬਣਾਏ ਨਹੀਂ ਕੁਐਸਚਨ ਮੈਂ ਕਦੇ ਵੀ ਨਹੀਂ ਕੀਤੀ ਗੱਲ। ਜਿਹੜੇ ਉੱਪਰਲੇ ਕੁਐਸਚਨ ਉਹ ਸਾਰਿਆਂ ਨੇ ਪੜ੍ਹ ਲੈਣੇ ਆ, ਠੀਕ ਹੈ। ਕਿਉਂਕਿ ਸਤਨਾਮ ਸਰ ਦੀ ਬੁੱਕ ਲੈ ਲਓ ਜਾਂ ਮਤਲਬ ਕੀ ਆ ਦੂਜੇ ਜੀਤ ਸਿੰਘ ਜੋਸ਼ੀ ਦੀ ਬੁੱਕ ਲੈ ਲਓ, ਉਹ ਵੀ ਬਹੁਤ ਵਧੀਆ ਕਿਤਾਬਾਂ ਹੈਗੀਆਂ ਨੇ। ਡੂੰਘਾਈ ਦੇ ਵਿੱਚ ਪੜ੍ਹੋ, ਵਧੀਆ ਢੰਗ ਦੇ ਨਾਲ ਪੜ੍ਹੋ, ਥੋੜ੍ਹੇ ਜਿਹੇ ਵਿਚਾਰਸ਼ੀਲ ਬਣੋ, ਠੀਕ ਹੈ। ਤੁਹਾਨੂੰ ਮੇਰੇ ਕੁਐਸਚਨਾਂ ਦਾ ਲੈਵਲ ਦੱਸੂਗਾ, ਠੀਕ ਹੈ। ਜਿਵੇਂ ਆਹ ਕੁਐਸਚਨ ਮੈਂ ਲਏ ਨੇ 100 200 250 ਮੈਂ ਪੂਰਾ ਕਰਨਾ ਵਾ। ਇਹ 700 ਪ੍ਰਸ਼ਨ ਹੈਗਾ, ਇਹ ਮੈਂ ਪੂਰਾ ਕਰਨਾ ਹੈਗਾ ਵਾ ਮਤਲਬ। ਅਤੇ ਤੁਹਾਨੂੰ ਪੇਪਰ ਦੇ ਵਿੱਚ ਬੈਠ ਕੇ ਪਤਾ ਲੱਗੂਗਾ ਕਿ ਹਾਂ ਵਾਕਈ ਮਤਲਬ ਜਿਹੜੇ ਸਰ ਨੇ ਬੋਲੇ ਸੀ ਤਾਂ ਪ੍ਰਸ਼ਨ ਉਹ ਆਉਣਗੇ ਤੁਹਾਨੂੰ ਕਿਵੇਂ ਨਾ ਕਿਵੇਂ ਘੁੰਮ ਘੁਮਾ ਕੇ ਉਹਨਾਂ ਦਾ ਲਿੰਕ ਜੁੜ ਜਾਏਗਾ। ਮਤਲਬ ਇਕਬਾਲ ਸਰ ਵੀ ਕਹਿੰਦੇ ਹੁੰਦੇ ਸੀਗੇ, ਅਤੇ ਉਹ ਮਤਲਬ ਪਤਾ ਜਿਨ੍ਹਾਂ ਨੇ ਸੁਣਿਆ ਹੋਇਆ ਵਧੀਆ ਢੰਗ ਦੇ ਨਾਲ ਉਹਨਾਂ ਨੂੰ ਮਤਲਬ ਕੀ ਆ ਕੁਛ ਨਾ ਕੁਛ ਫਾਇਦਾ ਜ਼ਰੂਰ ਹੋਵੇਗਾ। 179 ਜੋਤੀ ਉਦੇ ਦਾ ਜਿਹੜਾ ਨਾਵਲ ਹੈਗਾ ਉਹ ਪਹਿਲੀ ਵਾਰ ਕਦੋਂ ਛਪਿਆ? ਪੰਜਾਬੀ ਯੂਨੀਵਰਸਿਟੀ ਨੇ ਇਹਨਾਂ ਨੂੰ ਦੁਬਾਰਾ ਛਾਪਿਆ ਸੀਗਾ 1859 ਦੇ ਵਿੱਚ। ਹਾਂਜੀ, ਕਦੋਂ ਛਪਿਆ ਸੀਗਾ ਜੀ? 1859 ਦੇ ਵਿੱਚ ਜਾਂ 82 ਦੇ ਵਿੱਚ ਜਾਂ 1892 ਦੇ ਵਿੱਚ ਜਾਂ 1902 ਦੇ ਵਿੱਚ। ਗੁਰਬਾਣੀ ਸਿਧਾਂਤ ਜਿਹੜੀ ਇਹਦੇ ਵਿੱਚ ਨੈਤਿਕਤਾ ਪੇਸ਼ ਕੀਤੀ ਗਈ ਸੀ ਨਾ ਈਸਾਈਆਂ ਵੱਲੋਂ ਇਸ ਨਾਵਲ ਦੇ ਵਿੱਚ, ਉਹ ਗੁਰਬਾਣੀ ਸਿਧਾਂਤ ਨਾਲ ਕਾਫੀ ਮੇਲ ਖਾਂਦੀ ਸੀ। ਮੈਂ ਸ਼ੁਰੂ ਦੀ ਵੀਡੀਓ ਵਿੱਚ ਇਸ ਚੀਜ਼ ਦਾ ਜ਼ਿਕਰ ਕਰ ਚੁੱਕਿਆ, ਠੀਕ ਹੈ ਜੀ। ਅਤੇ ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਜੀ 1859 ਦੇ ਵਿੱਚ, ਠੀਕ ਹੈ ਜੀ। ਅਤੇ 82  'ਚ ਜਿਹੜਾ ਨਾਵਲ ਛਪਿਆ ਸੀ ਅਤੇ ਤੁਹਾਡੇ ਉਹ ਵੀ ਦਿਮਾਗ ਦੇ ਵਿੱਚ ਆ ਗਿਆ ਹੋਣਾ ਵਾ, ਠੀਕ ਹੈ ਜੀ। ਹਾਂਜੀ, ਅਗਲਾ ਪ੍ਰਸ਼ਨ ਹੈਗਾ ਸਾਡਾ ਜੀ 180 ਨੰਬਰ। ਨਾਵਲਾਂ ਰਾਹੀਂ ਧਰਮ ਨਿਰਪੱਖ ਦੀ ਦ੍ਰਿਸ਼ਟੀ ਨੂੰ ਪੇਸ਼ ਕੀਤਾ ਪਹਿਲੀ ਵਾਰ, ਹੈ ਨਾ, ਮੈਂ ਲਿਖਣਾ ਭੁੱਲ ਗਿਆ, ਪਹਿਲੀ ਵਾਰ ਨਾਨਕ ਸਿੰਘ ਜੀ ਨੇ, ਜਸਵੰਤ ਕੰਵਲ ਜੀ ਨੇ ਜਾਂ ਸੁਰਿੰਦਰ ਸਿੰਘ ਨਰੂਲਾ ਜੀ ਨੇ। ਤਾਂ ਨਾਵਲਾਂ ਰਾਹੀਂ ਜਿਹੜੀ ਧਰਮ ਨਿਰਪੱਖ ਜਿਹੜੀ ਹੈਗੀ ਆ ਮਤਲਬ ਕੀ ਆ ਸੈਕੂਲਰ ਦੇ ਵਿੱਚੋਂ ਕੱਢ ਕੇ ਸੈਕੂਲਰ ਘੇਰੇ ਦੇ ਵਿੱਚ ਲੈ ਕੇ ਆਉਂਦੇ ਨਾਨਕ ਸਿੰਘ ਜੀ ਨੇ, ਠੀਕ ਹੈ ਜੀ। ਇਹ 181 ਨੰਬਰ ਪ੍ਰਸ਼ਨ। ਕੰਵਲ ਦੇ ਮੁੱਢਲੇ ਨਾਵਲ ਰਹੇ ਹਨ ਆਦਰਸ਼ਵਾਦੀ, ਰੋਮਾਂਟਿਕ ਜਾਂ ਪ੍ਰਗਤੀਵਾਦੀ ਜਾਂ ਸਮਾਜਵਾਦੀ। ਇਹੋ ਜਿਹੇ ਪ੍ਰਸ਼ਨ ਕਈ ਵਾਰੀ ਬੜੇ ਜਿਵੇਂ ਕਿ ਉਲਝਾ ਕੇ ਪੁੱਛੇ ਜਾਂਦੇ ਆ। ਤਾਂ ਕੰਵਲ ਜਿਹੜੇ ਮੁੱਢਲੇ ਨਾਵਲ ਸੀਗੇ ਉਹ ਕੀ ਸੀ? ਆਦਰਸ਼ਵਾਦੀ ਰੋਮਾਂਟਿਕ ਨਾਵਲ ਸੀਗੇ, ਠੀਕ ਹੈ ਜੀ। ਸੱਚ ਨੂੰ ਫਾਂਸੀ ਦੀ ਗੱਲ ਕਰੀਏ, ਪਾਲੀ ਦੀ ਗੱਲ ਕਰੀਏ ਜਾਂ ਪੂਰਨਮਾਸ਼ੀ ਦੀ ਗੱਲ ਕਰੀਏ ਤਾਂ ਉਹ ਆਦਰਸ਼ਵਾਦੀ ਰੋਮਾਂਟਿਕ ਦੇ ਘੇਰੇ ਵਿੱਚ ਆਉਂਦੇ ਹੈਗੇ ਨੇ। ਕੰਵਲ ਜੀ ਮਤਲਬ ਕਿ ਆਪਣੇ ਨਾਵਲ ਦੇ ਵਿੱਚ ਮਤਲਬ ਕਿਸੇ ਪ੍ਰੀਤ ਕਥਾ ਦਾ ਸਹਾਰਾ ਜ਼ਰੂਰ ਲੈਂਦੇ ਹੈਗੇ ਨੇ, ਜਿਨ੍ਹਾਂ ਕਰਕੇ ਇਹਨਾਂ ਦਾ ਨਾਵਲ ਜਿਹੜਾ ਵਾ ਬੜਾ ਵਧੀਆ ਜਾਂ ਇੰਟਰਸਟਿੰਗ ਹੁੰਦਾ ਹੈਗਾ ਵਾ। ਗੁਰਦਿਆਲ ਸਿੰਘ ਜੀ ਬਿਨਾਂ ਮਤਲਬ ਕਿ ਪ੍ਰੀਤ ਕਥਾ ਤੋਂ ਨਾਵਲ ਜਿਹੜਾ ਲਿਖਦੇ ਹੈਗੇ ਨੇ, ਜਿਹੜਾ ਥੋੜ੍ਹਾ ਜਿਹਾ ਉਕਾਊ ਹੁੰਦਾ ਵਾ। ਅੱਗੇ ਜੀ ਪ੍ਰਸ਼ਨ ਨੰਬਰ 182। ਕੰਵਲ ਦੇ ਕਿਸ ਨਾਵਲ 'ਤੇ ਵੇਦਾਂਤ ਅਤੇ ਖਲੀਲ ਜਿਬਰਾਨ ਦਾ ਪ੍ਰਭਾਵ ਜਿਹੜਾ ਪ੍ਰਤੱਖ ਦਿਸਦਾ ਹੈਗਾ? ਜਿਹੜੇ ਦੋਨੇ ਤਿੰਨੇ ਕੁਐਸਚਨ ਹੈਗੇ ਨੇ, ਮੈਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਬੁੱਕ ਹੈਗੀ ਆ ਟੈਸਟ ਬੁੱਕ ਜਿਹੜੇ ਉਹਨਾਂ ਦੀ ਛਾਪੀ ਹੋਈ ਹੈ ਪਰਮਿੰਦਰ ਸਿੰਘ ਜੀ ਦੀ, ਉਹਨਾਂ ਦੇ ਵਿੱਚੋਂ ਲਏ ਗਏ ਨੇ, ਠੀਕ ਹੈ ਜੀ। ਉਹ ਤਿੰਨ ਨੇ। ਹੁਣ ਵਿਚਾਲੜਾ ਜਿਹੜਾ ਪਾਠ ਹੈਗਾ ਰਤਨ ਸਿੰਘ ਜੱਗੀ ਜੀ ਦਾ ਹੈਗਾ ਵਾ, ਅਤੇ ਆਧੁਨਿਕ ਕਾਵਿ ਦੇ ਵਿੱਚੋਂ ਮੈਨੂੰ ਲੱਗਦਾ ਇਹ ਹੈਗੇ ਨੇ ਦੋ ਨੇ, ਉਹਨਾਂ ਦੇ ਨਾਮ ਨਹੀਂ ਯਾਦ ਹੈਗੇ ਹੁਣ ਦਿਮਾਗ 'ਚ ਨਹੀਂ ਆਏ, ਉਹਦੇ ਵਿੱਚੋਂ ਲਏ ਸੀਗੇ। ਅਤੇ ਇਹਦਾ ਉੱਤਰ ਹੈਗਾ ਪਾਲੀ ਨਾਵਲ। ਜਿਹੜਾ ਪਾਲੀ ਨਾਵਲ ਹੈਗਾ, ਵੈਸੇ ਆਪਾਂ ਪਹਿਲਾਂ ਕੀਤਾ ਹੋਇਆ ਹੈ ਪਾਲੀ ਨਾਵਲ। ਤਾਂ ਪਾਲੀ ਹੋ ਗਿਆ, ਸੱਚ ਨੂੰ ਫਾਂਸੀ ਹੋ ਗਿਆ, ਪੂਰਨਮਾਸ਼ੀ ਹੋ ਗਿਆ। ਤਿੰਨੇ ਨਾਵਲ ਕਿਹੜੇ ਨੇ? ਆਦਰਸ਼ਵਾਦੀ ਰੋਮਾਂਟਿਕ ਦੇ ਘੇਰੇ ਵਿੱਚ ਆ ਜਾਂਦੇ ਨੇ, ਠੀਕ ਹੈ ਜੀ। ਇਹ ਅਗਲਾ ਸਾਡਾ ਪ੍ਰਸ਼ਨ ਹੈਗਾ ਜੀ ਪ੍ਰਸ਼ਨ ਨੰਬਰ 183। ਕੰਵਲ ਨੇ ਕਿਸ ਨਾਵਲ ਰਾਹੀਂ ਅਹਿੰਸਾਵਾਦ ਦਾ ਪ੍ਰਚਾਰ ਕੀਤਾ? ਤਾਂ ਬਰਫ਼ ਦੀ ਅੱਗ, ਲਹੂ ਦੀ ਲੋਅ, ਭਵਾਨੀ ਜਾਂ ਮਨੁੱਖਤਾ। ਤਾਂ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈਗਾ ਜੀ ਉਹ ਹੈਗਾ ਵਾ ਮਨੁੱਖਤਾ, ਠੀਕ ਹੈ ਜੀ। ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਠੀਕ ਹੈ ਜੀ। ਮੈਨੂੰ ਸੰਡੇ ਨੂੰ ਮੈਂ PDF ਪ੍ਰੀਪੇਅਰ ਕਰਾਂਗਾ। 125-30 ਪੇਜ ਤਾਂ ਮਤਲਬ ਹੈਗੇ ਹੀ ਨੇ, ਮਤਲਬ ਜਿਹੜੇ ਮੈਨੂੰ ਲੱਗਦਾ ਕਿ ਮੈਂ ਦੇ ਹੀ ਦੇਵਾਂ ਸਾਰਿਆਂ ਨੂੰ, ਉਹ ਵੀਡੀਓ ਰੂਪ ਦੇ ਵਿੱਚ ਹੈਗੇ ਨੇ। ਤਾਂ ਹੋ ਸਕਦਾ ਕਿ 500 ਤੱਕ ਜਾਂ 400 ਤੱਕ ਕੋਸ਼ਿਸ਼ ਕਰਾਂਗਾ ਮੈਂ ਘੱਟੋ ਘੱਟ 400 ਪੇਜ ਤਿਆਰ ਕਰਨ ਦਾ, ਠੀਕ ਹੈ ਜੀ। ਟਾਈਮ ਚਾਹੀਦਾ ਥੋੜ੍ਹਾ ਜਿਹਾ ਮੈਨੂੰ, ਕਾਪੀਆਂ ਦੀਆਂ ਫੋਟੋਆਂ ਖਿੱਚਣੀਆਂ, ਸਕੈਨ ਕਰਨੀਆਂ ਮਤਲਬ, ਹੈ ਨਾ। ਤਾਂ ਮੈਨੂੰ ਤੁਸੀਂ ਸੰਡੇ ਨੂੰ ਕੰਟੈਕਟ ਕਰ ਸਕਦੇ ਹੈਗੇ ਹੋ, ਠੀਕ ਹੈ ਜੀ। ਧੰਨਵਾਦ ਜੀ ਸਾਰਿਆਂ ਦਾ।